ਸ਼ਬਦ ਵਿਚਾਰ। ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਅੱਜ ਦੇ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਲੱਗ ਜਾਣ। ਗੁਰੂ ਸਾਹਿਬ ਜੀ ਅੱਜ ਦੇ ਸ਼ਬਦ ਰਾਹੀਂ ਜੋ ਸਾਨੂੰ ਮਨੁੱਖੀ ਦੁਨਿਆਵੀ ਜੀਵਾਂ ਨੂੰ ਸਮਝਾਉਣਾ ਚਾਹੁੰਦੇ ਹਨ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਸੋ ਸੱਚ ਮੰਦਰ ਜਿਤ ਸੱਚ ਧਿਆਈਐ, ਸੋ ਹਿਰਦਾ ਸੁਹੇਲਾ ਜਿਤ ਹਰ ਗੁਣ ਗਾਈਐ। ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ, ਸੱਚੇ ਨਾਮ ਵਿਟੋ ਕੁਰਬਾਨੋ ਜੀਓ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਮਾਝ ਰਾਗ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 107 ਦੇ ਉੱਪਰ ਸੁਭਾਏਮਾਨ ਹੈ। ਗੁਰੂ ਮਹਾਰਾਜ ਜੀ ਆਖਦੇ ਨੇ ਕਿ ਉਹ ਮੰਦਰ ਸਦਾ ਵਾਸਤੇ ਅੰਦਰੋਂ ਟਿਕ ਜਾਂਦਾ ਹੈ, ਜਿਹਦੇ ਅੰਦਰ ਪਰਮੇਸ਼ਵਰ ਦਾ ਸੱਚਾ ਨਾਮ ਵਸ ਜਾਏ। ਉਹ ਜੀਵਨ ਮੰਦਰ ਸਰੂਪ ਹੋ ਜਾਂਦਾ ਹੈ। ਅਸਲ ਦੇ ਵਿੱਚ ਪਰਮੇਸ਼ਵਰ ਨੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਹੀ ਇਸੇ ਵਾਸਤੇ ਕਿ ਅਸੀਂ ਜਿਹੜਾ ਸਫ਼ਰ ਕਰਨਾ ਉਹ ਇਨਸਾਨ ਤੋਂ ਭਗਵਾਨ ਦਾ ਸਫ਼ਰ ਹੈ। ਇਹ ਇਨਸਾਨੀ ਝੋਲਾ ਇਸੇ ਵਾਸਤੇ ਸਾਨੂੰ ਪਹਿਨਣ ਵਾਸਤੇ ਮਿਲਿਆ ਕਿ ਅਸੀਂ ਇਨਸਾਨ ਵਾਲਾ ਗੁਣ ਲੈ ਕੇ ਭਗਵਾਨ ਦਾ ਜਿਹੜਾ ਸਫ਼ਰ ਤੈਅ ਕਰ ਸਕੀਏ। ਪਰ ਹੋਇਆ ਇਹਦੇ ਉਲਟ। ਅਸੀਂ ਸਫ਼ਰ ਤੇ ਨਿਰੰਕਾਰ ਤੱਕ ਦਾ ਤੈਅ ਕਰਨਾ ਸੀ, ਪਰ ਇਹ ਇਨਸਾਨ ਆਪਣੀ ਇਨਸਾਨੀਅਤ ਵੀ ਭੁਲਾ ਬੈਠਾ। ਇਹ ਮਨੁੱਖ ਆਪਣੀ ਮਨੁੱਖਤਾ ਨੂੰ ਵੀ ਭੁਲਾ ਬੈਠਾ ਔਰ ਇਹਦਾ ਸਫ਼ਰ ਜਿਹੜਾ ਅਗਾਂਹ ਵਧਣਾ ਸੀ ਇਹ ਪਿਛਾਂਹ ਨੂੰ ਮੁੜ ਪਿਆ। ਤੇ ਜਦੋਂ ਇਹ ਪਿਛਾਂਹ ਨੂੰ ਮੁੜਿਆ ਤੇ ਇਹ ਭਗਵਾਨ ਹੋਣ ਦੀ ਜਗ੍ਹਾ ਤੇ ਸ਼ੈਤਾਨ ਹੋ ਗਿਆ। ਸ਼ੈਤਾਨੀਅਤ ਵਾਲੇ ਅਵਗੁਣ ਜਿਹੜੇ ਸੀ ਇਹਦੇ ਅੰਦਰ ਆ ਗਏ। ਹੈ ਤੇ ਇਨਸਾਨ, ਪਰ ਇਹਦੀ ਸੋਚ, ਇਹਦੇ ਕਰਮ, ਇਹਦਾ ਆਚਰਣ, ਇਹਦਾ ਜੀਵਨ ਸ਼ੈਤਾਨ ਵਾਲਾ ਹੋ ਗਿਆ। ਅੱਜ ਸਭ ਤੋਂ ਵੱਧ ਜੇ ਕੋਈ ਸ਼ਰਮਸਾਰ ਹੋ ਰਿਹਾ ਤੇ ਉਹ ਇਨਸਾਨ ਹੈ। ਸਭ ਤੋਂ ਵੱਧ ਜੇ ਕਿਸੇ ਨੂੰ ਫਟਕਾਰਾਂ ਪੈ ਰਹੀਆਂ ਨੇ ਤੇ ਉਹ ਇਨਸਾਨ ਹੈ।
ਸਭ ਤੋਂ ਵੱਧ ਜੇ ਕੋਈ ਜ਼ਹਿਰੀਲਾ ਹੈ ਤੇ ਉਹ ਇਨਸਾਨ ਹੈ। ਹੁਣ ਇਨਸਾਨ ਤੇ ਪਰਮੇਸ਼ਵਰ ਨੇ ਬੜਾ ਖੂਬਸੂਰਤ, ਬੜਾ ਸੋਹਣਾ ਬਣਾਇਆ ਸੀ ਤਾਂ ਕਿ ਇਹਦੇ ਵਿੱਚ ਦੈਵੀ ਗੁਣ ਆਉਣ ਔਰ ਉਸ ਦੈਵੀ ਗੁਣਾਂ ਦੇ ਆਧਾਰ ਤੇ ਇਹ ਆਪਣਾ ਜਨਮ ਸਫਲਾ ਕਰ ਲਵੇ। ਉਹ ਗੁਣ ਤਾਂ ਆਏ ਨਹੀਂ ਪਰ ਅਵਗੁਣ ਜ਼ਰੂਰ ਆ ਗਏ। ਉਸ ਅਵਗੁਣ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਅਵਗੁਣ ਨੇ ਇਨਸਾਨ ਨੂੰ ਜ਼ਹਿਰੀਲਾ ਬਣਾ ਦਿੱਤਾ। ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ, ਕਈਆਂ ਦੇ ਘਰਾਂ ਦੇ ਵਿੱਚ ਦੇਖੀਦਾ ਕਿ ਜ਼ਹਿਰੀਲੇ ਜਿਹੜੇ ਜਾਨਵਰ ਨੇ ਉਹ ਘਰਾਂ ਵਿੱਚ ਪਾਲੇ ਹੁੰਦੇ ਨੇ। ਤੇ ਪੁੱਛਿਆ ਵੀ ਇਹਨਾਂ ਤੋਂ ਡਰ ਨਹੀਂ ਲੱਗਦਾ? ਕਹਿਣ ਲੱਗੇ ਨਹੀਂ, ਇਹਨਾਂ ਤੋਂ ਡਰ ਨਹੀਂ ਲੱਗਦਾ। ਫਿਰ ਕਿਹਦੇ ਤੋਂ ਡਰ ਲੱਗਦਾ ਹੈ? ਕਹਿੰਦੇ ਇਨਸਾਨ ਤੋਂ ਡਰ ਲੱਗਦਾ ਹੈ। ਜਿਹੜੀ ਉਹਦੇ ਅੰਦਰ ਨਫ਼ਰਤ ਦੀ ਜ਼ਹਿਰ ਭਰੀ ਪਈ ਹੈ, ਜਿਹਦੀ ਉਹਦੇ ਅੰਦਰ ਈਰਖਾ ਦੀ ਜ਼ਹਿਰ ਭਰੀ ਪਈ ਹੈ, ਉਹਦੇ ਤੋਂ ਡਰ ਲੱਗਦਾ ਹੈ। ਕਿਉਂਕਿ ਇਹ ਜ਼ਹਿਰ ਜਿਹੜੀ ਅੰਦਰ ਨਫ਼ਰਤ ਦੀ, ਈਰਖਾ ਦੀ ਭਰੀ ਹੈ ਇਨਸਾਨੀਅਤ ਦੇ ਵਿੱਚ, ਇਹ ਜ਼ਹਿਰ ਦਾ ਅਸਰ ਇਹ ਨਹੀਂ ਕਿ ਕੋਈ ਬੇਗਾਨਾ ਆ ਕੇ ਸਾਨੂੰ ਇਹ ਜ਼ਹਿਰੀਲਾ ਡੰਗ ਮਾਰ ਰਿਹਾ, ਨਹੀਂ, ਆਪਣੇ ਹੀ ਆਪਣਿਆਂ ਨੂੰ ਜ਼ਹਿਰੀਲਾ ਡੰਗ ਮਾਰ ਰਹੇ ਨੇ। ਆਪਣੇ ਹੀ ਆਪਣਿਆਂ ਨੂੰ ਖਤਮ ਕਰਨ ਵਿੱਚ ਲੱਗੇ ਨੇ, ਆਪਣੇ ਹੀ ਆਪਣਿਆਂ ਨੂੰ ਮਿਟਾਉਣ ਵਿੱਚ ਲੱਗੇ ਨੇ। ਇਸ ਲਈ ਅੱਜ ਸਭ ਤੋਂ ਵੱਧ ਖਤਰਾ ਇਨਸਾਨ ਨੂੰ ਇਨਸਾਨੀਅਤ ਤੋਂ ਹੈ। ਜਿੰਨੇ ਵੀ ਬਾਰਡਰ ਬਣੇ ਨੇ ਮੁਲਕਾਂ ਦੇ ਵਿੱਚ, ਜਿੰਨੀ ਵੀ ਫੌਜ ਤਾਇਨਾਤ ਹੈ, ਜਾਂ ਜਿੱਥੇ ਜਿੱਥੇ ਵੀ ਕਾਨੂੰਨ ਹੈ, ਉਹਦੀਆਂ ਧਾਰਾਵਾਂ ਨੇ, ਸਜ਼ਾਵਾਂ ਨੇ, ਇਹ ਕਿਸੇ ਪਸ਼ੂ ਪੰਛੀ ਜਾਨਵਰ ਨੂੰ ਦੇਣ ਵਾਸਤੇ ਨਹੀਂ। ਇਹ ਜਿੰਨੀਆਂ ਵੀ ਧਾਰਾਵਾਂ ਬਣੀਆਂ ਨੇ, ਜਿੰਨੇ ਵੀ ਕਾਨੂੰਨ ਦੀਆਂ ਸਜ਼ਾਵਾਂ ਨੇ, ਇਹ ਜਿੰਨੇ ਵੀ ਜੇਲਾਂ ਨੇ, ਇਹ ਇਨਸਾਨ ਨੂੰ ਬੰਦ ਕਰਨ ਵਾਸਤੇ ਨੇ। ਕਿਉਂ? ਕਿਉਂਕਿ ਇਨਸਾਨ ਜਿਸ ਰਾਹ ਉੱਤੇ ਤੁਰਨਾ ਚਾਹੀਦਾ ਸੀ, ਉਸ ਰਾਹ ਨੂੰ ਛੱਡ ਕੇ ਇਹ ਭਟਕ ਗਿਆ। ਇਨਸਾਨ ਸ਼ੈਤਾਨ ਜਦੋਂ ਬਣਿਆ ਤੇ ਫਿਰ ਕਾਨੂੰਨ ਵੀ ਬਣ ਗਿਆ ਇਹਨੂੰ ਕਾਬੂ ਕਰਨ ਵਾਸਤੇ। ਫਿਰ ਜਿਸ ਤਰ੍ਹਾਂ ਦੇ ਇਹਨੇ ਗੁਨਾਹ ਕੀਤੇ, ਅਪਰਾਧ ਕੀਤੇ, ਉਸੇ ਤਰ੍ਹਾਂ ਦੀਆਂ ਧਾਰਾਵਾਂ ਲਾ ਕੇ ਇਹਨੂੰ ਸਜ਼ਾਵਾਂ ਵੀ ਦੇਣੀਆਂ ਸ਼ੁਰੂ ਕੀਤੀਆਂ ਗਈਆਂ। ਫਿਰ ਜੇਲਾਂ ਵਿੱਚ ਬੰਦ ਕਰਕੇ ਰੱਖਣਾ ਪਿਆ, ਕਿਉਂਕਿ ਜੇ ਇਹ ਬਾਹਰ ਆਜ਼ਾਦ ਘੁੰਮੇਗਾ ਤੇ ਪਤਾ ਨਹੀਂ ਕਿੰਨਿਆਂ ਕਿੰਨਿਆਂ ਨੂੰ ਇਹ ਨਫ਼ਰਤ ਤੇ ਈਰਖਾ ਦੀ ਜ਼ਹਿਰ ਦਾ ਡੰਗ ਮਾਰੇਗਾ। ਇਹ ਕੇਵਲ ਇਨਸਾਨ ਵਾਸਤੇ ਹੈ। ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਸਭ ਤੋਂ ਵੱਧ ਖਤਰਾ ਸਾਨੂੰ ਇਨਸਾਨ ਤੋਂ ਹੈ, ਕਿਉਂਕਿ ਇਹ ਜਿਸ ਰਾਹ ਤੁਰਨ ਲਈ ਆਇਆ ਸੀ ਉਹ ਰਾਹ ਭਟਕ ਗਿਆ। ਸਾਡਾ ਮਨੁੱਖਾ ਜਨਮ, ਔਰ ਇਹ ਵੀ ਧਿਆਨ ਰੱਖਿਓ, ਕਿਸੇ ਇੱਕ ਨੂੰ ਨਹੀਂ ਕਿਹਾ। ਮਹਾਰਾਜ ਨੇ ਕੇਵਲ ਇਹ ਨਹੀਂ ਕਿ ਜਿਹੜੇ ਸਿੱਖ ਨੇ ਉਹਨਾਂ ਨੂੰ, ਪੂਰੀ ਦੁਨੀਆ ਵਿੱਚ ਜਿੰਨੇ ਵੀ ਲੋਕ ਵਸਦੇ ਆ ਸਾਰਿਆਂ ਨੂੰ ਕਿਹਾ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹੁਣ ਜੇ ਸਾਨੂੰ ਪਤਾ ਹੋਵੇ ਕਿ ਸਾਡਾ ਇਹ ਜਿਹੜਾ ਸਰੀਰ ਹੈ ਇਹ ਅੰਦਰੋਂ ਮੰਦਰ ਹੈ, ਤੇ ਕਦੇ ਵੀ ਅਸੀਂ ਮਾੜੀ ਹਰਕਤ ਅੰਦਰ ਨਹੀਂ ਕਰਾਂਗੇ। ਪਰ ਅਸੀਂ ਭੁੱਲ ਗਏ ਵੀ ਆ ਸਰੀਰ ਦੇ ਅੰਦਰ ਪਰਮੇਸ਼ਵਰ ਦਾ ਵਾਸਾ ਹੈ। ਜਿੱਥੇ ਪਰਮੇਸ਼ਵਰ ਵਸਦਾ ਉਹ ਸੱਚਖੰਡ ਹੈ, ਉਹ ਬੈਕੁੰਠ ਹੈ, ਉਹ ਇੱਕ ਹਰੀ ਦਾ ਮੰਦਰ ਹੈ। ਪਰ ਅਸੀਂ ਉਹਨੂੰ ਭੁਲਾ ਕੇ ਜੋ ਕੂੜ ਕਬਾੜ, ਗੰਦਗੀ, ਵਿਕਾਰ, ਉਹ ਸਭ ਕੁਝ ਅੰਦਰ ਭਰ ਲਿਆ।
ਉਹ ਐਸਾ ਅੰਦਰ ਭਰ ਲਿਆ ਕਿ ਪਤਾ ਹੀ ਨਹੀਂ ਲੱਗਾ ਕਿ ਮੇਰੇ ਹਿਰਦੇ ਵਿੱਚ ਤੇ ਆਪ ਪਰਮੇਸ਼ਰ ਵਸਦਾ ਹੈ। ਇਸ ਲਈ ਮਹਾਰਾਜ ਨੇ ਆਖਿਆ ਵੀ ਉਹ ਮੰਦਰ ਸੋਹਣਾ ਹੈ ਜਿਸ ਮੰਦਰ ਦੇ ਵਿੱਚ ਸੱਚ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਜਾਂਦਾ ਹੈ। ਸੋ ਸੱਚ ਮੰਦਰ, ਸੋ ਮੈਨੇ ਉਹ ਜਿਹੜਾ ਜੀਵਨ ਅੰਦਰ ਸੱਚ ਪਰਮੇਸ਼ਵਰ ਦੇ ਨਾਮ ਨਾਲ ਜੁੜਿਆ ਹੈ, ਉਹ ਸੱਚ ਦਾ ਜਿਹੜਾ ਮੰਦਰ ਹੈ ਕਿਹੜਾ ਹੈ? ਜਿਤ ਸੱਚ ਧਿਆਈ ਹੈ, ਜਿਹਦੇ ਅੰਦਰ ਸੱਚ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ ਜਾਂਦਾ ਹੈ। ਤੇ ਜਿਹਨੇ ਆਪਣੇ ਅੰਦਰ ਸੱਚ ਪਰਮੇਸ਼ਵਰ ਦੇ ਨਾਮ ਨੂੰ ਧਿਆ ਕੇ ਆਪਣਾ ਜੀਵਨ ਮੰਦਰ ਦੀ ਤਰ੍ਹਾਂ ਬਣਾ ਲਿਆ, ਉਹ ਕਦੇ ਵੀ ਉਹਦਾ ਹਿਰਦਾ ਅੰਦਰੋਂ ਈਰਖਾ ਦੀ ਅਗਨੀ ਵਿੱਚ ਸੜਦਾ ਨਹੀਂ। ਉਹਦੇ ਅੰਦਰ ਕਦੇ ਵੀ ਹੰਕਾਰ ਵਿਕਾਰ ਪੈਦਾ ਨਹੀਂ ਹੁੰਦੇ। ਉਹ ਕਦੇ ਵੀ ਅੰਦਰ ਨਫ਼ਰਤ ਨਾਲ ਨਹੀਂ ਭਰਦਾ। ਸਾਨੂੰ ਸਤਿਗੁਰੂ ਮਹਾਰਾਜ ਨੇ ਇਸ ਧਰਤੀ ਉੱਤੇ ਹਰੀ ਮੰਦਰ ਦਿੱਤਾ ਉਸਾਰ ਕੇ। ਮੰਦਰ ਤਾਂ ਬਹੁਤ ਨੇ, ਪਰ ਜਿਹੜੇ ਦੁਨਿਆਵੀ ਤੌਰ ਤੇ ਮੰਦਰ ਬਣਾਏ ਗਏ ਉਹਨਾਂ ਵਿੱਚੋਂ ਤੇ ਭਗਤਾਂ ਨੂੰ ਦੁਰਕਾਰ ਕੇ ਕੱਢਿਆ ਗਿਆ। ਉਹਨਾਂ ਮੰਦਰਾਂ ਵਿੱਚ ਭਗਤਾਂ ਨੂੰ ਸਤਿਕਾਰ ਨਹੀਂ ਦਿੱਤਾ ਗਿਆ। ਕਬੀਰ ਸਾਹਿਬ ਦੀ ਕੀ ਹਾਲਤ ਉਸ ਵੇਲੇ ਦੇ ਪੁਜਾਰੀਆਂ ਨੇ ਕੀਤੀ, ਨਾਮਦੇਵ ਜੀ ਦੀ ਹਾਲਤ ਉਹਨਾਂ ਨੇ ਕੀ ਕੀਤੀ ਹੈ? ਭਗਤ ਧੰਨਾ ਜੀ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਇਹ ਤਾਂ ਭਗਤ ਜੀ ਨੇ ਭਗਤਾਂ ਦਾ ਜੀਵਨ ਸੁਣ ਲਿਆ ਤੇ ਰਾਹੇ ਪੈ ਗਏ। ਇਹ ਵਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵੱਡ ਭਾਗਾ। ਨਹੀਂ ਤੇ ਜਿਹੜਾ ਸਮੇਂ ਦਾ ਪੁਜਾਰੀ ਸੀ ਉਹਨੇ ਤੇ ਧੰਨਾ ਜੀ ਨੂੰ ਗੁੰਮਰਾਹ ਕਰ ਦਿੱਤਾ ਵੀ ਆ ਤੂੰ ਸਾਲਗ੍ਰਾਮ ਜਿਹੜਾ ਲੈ ਕੇ ਜਾ ਤੇ ਇਹਦੀ ਪੂਜਾ ਜਿਹੜੀ ਹੈ ਘਰ ਵਿੱਚ ਬੈਠ ਕੇ ਕਰ। ਪਰ ਗੁਰਬਾਣੀ ਤਾਂ ਕਹਿੰਦੀ ਆ ਭਗਤਾਂ ਦਾ ਜੀਵਨ ਸੁਣਿਆ, ਸੈਣ ਨਾਈ ਬੁੱਤਕਾਰੀਆ ਉਹ ਘਰ ਘਰ ਸੁਣਿਆ। ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਨਿਆ। ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ। ਆ ਸੁਣ ਕੇ ਕਬੀਰ ਸਾਹਿਬ ਜੀ ਦਾ ਜੀਵਨ, ਨਾਮਦੇਵ ਜੀ ਦਾ, ਬਾਬਾ ਰਵਿਦਾਸ ਜੀ ਦਾ ਜੀਵਨ ਸੁਣ ਕੇ ਉਹਨਾਂ ਆਖਿਆ ਨਹੀਂ, ਭਗਤੀ ਕਰਕੇ ਗੱਲ ਬਣਨੀ ਹੈ। ਸਮੇਂ ਦੇ ਧਰਮ ਅਸਥਾਨ ਤੋਂ ਕੱਢ ਦਿੱਤਾ ਗਿਆ ਕਬੀਰ ਸਾਹਿਬ ਨੂੰ ਵੀ, ਨਾਮਦੇਵ ਜੀ ਨੂੰ। ਪਰ ਮਹਾਰਾਜ ਕਹਿੰਦੇ ਠੀਕ ਹੈ, ਮੰਦਰ ਚੋਂ ਕੱਢਿਆ ਹੋਏਗਾ ਪਰ ਹਰੀ ਮੰਦਰ ਚੋਂ ਨਹੀਂ ਕੱਢ ਸਕਦੇ। ਇਸ ਲਈ ਉਹ ਹਰੀ ਮੰਦਰ ਦੀ ਉਸਾਰੀ ਕਰਕੇ ਮਹਾਰਾਜ ਨੇ ਸਾਨੂੰ ਦਿੱਤੀ ਤਾਂ ਕਿ ਤੁਹਾਨੂੰ ਅੰਦਰ ਦੇ ਮੰਦਰ ਦੀ ਸੋਝੀ ਆ ਜਾਏ। ਤੁਹਾਨੂੰ ਅੰਦਰ ਹਿਰਦੇ ਦੇ ਵਿੱਚ ਸੋਝੀ ਆ ਜਾਏ ਕਿ ਤੁਹਾਡੇ ਅੰਦਰ ਵੀ ਇੱਕ ਸੱਚਖੰਡ ਹੈ। ਪਰ ਅੰਦਰ ਦੇ ਸੱਚਖੰਡ ਨੂੰ ਸਮਝਣ ਲਈ ਜਿਹੜਾ ਬਾਹਰ ਸੱਚਖੰਡ ਬਣਾਇਆ ਇਹਦੇ ਵਿੱਚ ਆ ਕੇ ਬੈਠਣਾ ਪੈਣਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਨੇ ਜਿੱਥੇ ਸੱਚ ਪਰਮੇਸ਼ਵਰ ਦਾ ਨਾਮ ਧਿਆਇਆ ਜਾਏ ਸੋ ਸੱਚ ਮੰਦਰ, ਜਿਤ ਸੱਚ ਧਿਆਈਐ ਸੋ ਰਿਦਾ ਸੁਹੇਲਾ। ਰਿਦਾ ਹਿਰਦਾ, ਸੋ ਮੈਨੇ ਉਹ। ਧਿਆਨ ਰੱਖਿਓ, ਜੇ ਸੱਸੇ ਨੂੰ ਹੋੜਾ ਲੱਗਾ ਹੋਇਆ ਤੇ 100 ਦਾ ਅਰਥ ਉਹ, ਤੇ ਜੇ ਸੱਸੇ ਨੂੰ ਊੜਾ ਲੱਗ ਗਿਆ ਫਿਰ ਉਹ ਗਿਣਤੀ ਦਾ 100 ਬਣ ਜਾਣਾ ਹੈ। ਉਹ ਫਿਰ ਗਿਣਤੀ ਦਾ, ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ 1000, ਇੱਥੇ ਹੋੜਾ ਲੱਗਾ ਹੈ ਸੱਸੇ ਨੂੰ। ਰਿਦਾ ਹਿਰਦਾ, ਸੁਹੇਲਾ ਸੁਖੀ, ਉਹ ਹਿਰਦਾ ਸਦਾ ਲਈ ਸੁਖੀ ਹੋ ਜਾਂਦਾ ਹੈ। ਜਿਤ ਹਰ ਗੁਣ ਗਾਈਐ, ਜਿਸ ਹਿਰਦੇ ਵਿੱਚ ਹਰੀ ਦੇ ਗੁਣ ਗਾਏ ਜਾਂਦੇ ਆ। ਜਿੱਥੇ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਨੇ ਉਹ ਰਿਦਾ, ਉਹ ਹਿਰਦਾ ਸੁਖੀ ਹੋ ਜਾਂਦਾ ਹੈ। ਹੁਣ ਦੋਵੇਂ ਗੱਲਾਂ ਲੈ ਕੇ ਚੱਲਣਾ। ਇੱਕ ਜਿਹਨੇ ਆਪਣੇ ਅੰਦਰ ਮੰਦਰ ਨੂੰ ਨਹੀਂ ਸਮਝਿਆ
ਉਹਨੇ ਉਹ ਰਾਹ ਭਟਕ ਗਿਆ ਤੇ ਉਹ ਇਨਸਾਨ ਸ਼ੈਤਾਨ ਬਣ ਗਿਆ। ਜਿਹਨੇ ਆਪਣੇ ਅੰਦਰ ਦੇ ਮੰਦਰ ਨੂੰ ਸਮਝ ਲਿਆ ਉਹ ਤਾਂ ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਨੀ। ਉਹ ਤੇ ਨਿਰੰਕਾਰ ਦਾ ਰੂਪ ਹੋ ਗਏ, ਉਹ ਇਨਸਾਨ ਭਗਵਾਨ ਦਾ ਰੂਪ ਹੋ ਗਏ। ਪਰ ਜਿਹਨੇ ਨਹੀਂ ਆਪਣੇ ਅੰਦਰ ਨੂੰ ਸਮਝਿਆ ਉਹਨੇ ਜ਼ਹਿਰ ਭਰ ਲਈ ਵਿਕਾਰਾਂ ਦੀ, ਔਰ ਜਿਹਨੇ ਅੰਦਰ ਜ਼ਹਿਰ ਭਰ ਲਈ ਉਹਨੇ ਨਾ ਰੱਬ ਨੂੰ ਮੰਨਿਆ ਤੇ ਨਾ ਰੱਬ ਦੇ ਪਿਆਰਿਆਂ ਨੂੰ ਮੰਨਿਆ। ਜਦੋਂ ਰੱਬ ਨੂੰ ਹੀ ਨਹੀਂ ਮੰਨਦਾ ਤੇ ਰੱਬ ਦੇ ਪਿਆਰਿਆਂ ਨੂੰ ਕਿੱਥੇ ਮੰਨੇਗਾ। ਕਈ ਵਾਰ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅਟੈਕ ਕੀਤਾ ਜਾਂ ਸਮੇਂ-ਸਮੇਂ ਨਾਲ ਹਮਲੇ ਕਰਦੇ ਰਹੇ, ਉਹਨਾਂ ਨੂੰ ਪਤਾ ਹੀ ਨਹੀਂ ਇਹ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਪਰਮੇਸ਼ਵਰ ਹਰ ਵੇਲੇ ਵਰਤਦਾ ਹੈ, ਜਿੱਥੇ ਉਹਦੀ ਬਾਣੀ ਦੇ ਦਿਨ ਰਾਤ ਪ੍ਰਵਾਹ ਚੱਲਦੇ ਨੇ। ਇਹਨਾਂ ਦਿਨਾਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ, ਕਈ ਸਵਾਲ ਅੱਜ ਵੀ ਖਲੋਤੇ ਨੇ ਜਿਨ੍ਹਾਂ ਦੇ ਜਵਾਬ ਕਿਸੇ ਨੂੰ ਨਹੀਂ ਆਉਂਦੇ। ਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਹੈ, ਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਸੱਚਖੰਡ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਕਿ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹਦੇ ਅੰਦਰ ਰੋਜ਼ ਰੱਬੀ ਬਾਣੀ ਦਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਕਿਉਂਕਿ ਅੱਜ 6 ਤਰੀਕ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਜੋ ਰੋਜ਼ਾਨਾ ਕੋਠਾ ਸਾਹਿਬ ਅਕਾਲ ਤਖਤ ਸਾਹਿਬ ਜਦੋਂ ਸ਼ਾਮ ਨੂੰ ਸਮਾਪਤੀ ਹੁੰਦੀ ਆ ਤੇ ਪਾਲਕੀ 'ਚ ਸਵਾਰ ਹੋ ਕੇ ਜਾਂਦੇ ਆ, ਫਿਰ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਣ ਵਾਸਤੇ ਸਤਿਗੁਰੂ ਆਉਂਦੇ ਆ। ਪਰ ਐਸਾ ਮਾਹੌਲ ਬਾਹਰ ਬਣਿਆ ਕਿ ਸਤਿਗੁਰੂ ਜੀ ਨੂੰ ਹਰ ਕੀ ਪੌੜੀ ਦੇ ਉੱਪਰ ਜਿਹੜਾ ਅਸਥਾਨ ਬਣਿਆ ਉੱਥੇ ਹੀ ਬਿਰਾਜਮਾਨ ਕਰਵਾਇਆ, ਉੱਥੋਂ ਹੀ ਫਿਰ ਲਿਆ ਕੇ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਹੁੰਦੇ ਆ ਔਰ ਰੱਬੀ ਬਾਣੀ ਦਾ ਕੀਰਤਨ ਗੁਰੂ ਘਰ ਦੇ ਕੀਰਤਨੀਏ ਕਰ ਰਹੇ ਆ। ਔਰ ਇੱਕ ਗੋਲੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਆ ਕੇ ਲੱਗਦੀ ਹੈ, ਇੱਕ ਗੋਲੀ ਕੀਰਤਨ ਕਰਨ ਵਾਲੇ ਗੁਰੂ ਘਰ ਦੇ ਕੀਰਤਨੀਆਂ ਨੂੰ ਵੀ ਆ ਕੇ ਲੱਗਦੀ ਹੈ। ਹੁਣ ਜਿਹੜਾ ਇਹ ਹਮਲਾ ਕਰਵਾ ਰਿਹਾ ਤੇ ਜਿਹੜਾ ਕਰ ਰਿਹਾ ਉਹਨੂੰ ਪਤਾ ਹੀ ਨਹੀਂ ਕਿ ਇਹ ਹਰਿਮੰਦਰ ਸਾਹਿਬ ਇਹ ਦਰਬਾਰ ਸਾਹਿਬ ਕੀ ਹੈ। ਜੇ ਉਹਨੂੰ ਪਤਾ ਹੁੰਦਾ ਤੇ ਇਹ ਕਦੇ ਵੀ ਇਸ ਤਰ੍ਹਾਂ ਹਮਲਾ ਨਹੀਂ ਸੀ ਹੋਣਾ। ਜੇ ਉਹਨੂੰ ਪਤਾ ਹੁੰਦਾ, ਕਿਉਂਕਿ ਉਹ ਰਾਹ ਭਟਕਿਆ ਹੋਇਆ ਸ਼ੈਤਾਨ ਵਾਲੇ ਰਾਹ ਤੁਰਿਆ, ਤੇ ਜਿਹੜਾ ਸ਼ੈਤਾਨ ਹੈ ਉਹ ਨਾ ਰੱਬ ਨੂੰ ਮੰਨਦਾ ਨਾ ਰੱਬ ਦੇ ਪਿਆਰਿਆਂ ਨੂੰ ਮੰਨਦਾ। ਹਰਨਾਕਸ਼ ਦੁਸ਼ਟ ਹੋ ਗਿਆ ਕਿਉਂਕਿ ਉਹ ਸ਼ੈਤਾਨ ਵਾਲੇ ਰਾਹ ਉੱਤੇ ਤੁਰ ਪਿਆ। ਹੁਣ ਉਹ ਨਾ ਆਪਣੇ ਪੁੱਤਰ ਵਿੱਚ ਭਗਤ ਪ੍ਰਹਿਲਾਦ ਨੂੰ ਵੇਖ ਰਿਹਾ ਤੇ ਨਾ ਜਿਹੜੇ ਉਹ ਪਰਮੇਸ਼ਵਰ ਦਾ ਨਾਮ ਸਿਮਰ ਰਿਹਾ ਨਾ ਉਹਨੂੰ ਵੇਖ ਰਿਹਾ। ਉਹ ਕਹਿੰਦਾ ਮੈਂ ਤੇਰੀ ਭਗਤੀ ਵੀ ਨਹੀਂ ਮੰਨਦਾ ਤੇ ਤੇਰੇ ਰੱਬ ਨੂੰ ਵੀ ਨਹੀਂ ਮੰਨਦਾ, ਕਿਉਂਕਿ ਮੈਂ ਇਸ ਧਰਤੀ ਦਾ ਰੱਬ ਮੈਂ ਆ। ਤੇ ਜਦੋਂ ਹੰਕਾਰ ਹੱਦ ਨਾਲੋਂ ਵੱਧ, ਠੀਕ ਹੈ ਹੰਕਾਰ ਦੀ ਇੱਕ ਸੀਮਾ ਹੈ, ਪਰ ਜਦੋਂ ਇਹ ਹੰਕਾਰ ਹੱਦ ਨਾਲੋਂ ਵੱਧ ਲਿਮਟ ਪਾਰ ਕਰਕੇ ਕਹਿ ਦੇਵੇ ਵੀ ਮੈਂ ਰੱਬ ਨੂੰ ਨਹੀਂ ਮੰਨਦਾ, ਮੈਂ ਰੱਬ ਦੇ ਪਿਆਰਿਆਂ ਨੂੰ ਨਹੀਂ ਮੰਨਦਾ, ਤੇ ਫਿਰ ਰੱਬ ਜੀ ਆਪਣੀ ਕਲਾ ਤਾਂ ਵਰਤਾਉਂਦੇ ਆ ਨਾ। ਫਿਰ ਜਦੋਂ ਉਹ ਆਪਣੀ ਕਲਾ ਵਰਤਾਉਂਦੇ ਆ ਤੇ ਫਿਰ ਇਹ ਭੁਲੇਖੇ ਨਿਕਲ ਜਾਂਦੇ ਆ ਵੀ ਮੈਂ ਰੱਬ ਆ ਇਸ ਧਰਤੀ ਦਾ। ਸਭ ਕਹਿੰਦੇ ਜਦੋਂ ਰੱਬ ਦੇ ਪਿਆਰਿਆਂ ਨੂੰ ਕੋਈ ਚੋਟ ਪਹੁੰਚਾਉਂਦਾ ਹੈ ਤੇ ਫਿਰ ਉਹ ਰੱਬ ਦੇ ਪਿਆਰਿਆਂ ਨੂੰ ਚੋਟ ਪਹੁੰਚਾਉਣ ਵਾਲਿਆਂ ਨਾਲ ਆਪ ਹੀ ਫਿਰ ਨਿਬੜ ਲੈਂਦਾ ਹੈ। ਦੂਤ ਦੁਸ਼ਮਨ ਸਭ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪ, ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਤਤਕਾਲ ਤੁਮ ਮਾਰਾ। ਜਿਨੇ ਜਿਨੇ ਵੀ ਮਾੜੀ ਅੱਖ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵੱਲ ਰੱਖੀ ਹੈ ਉਹਦੀ ਅੱਖ ਬਹੁਤਾ ਚਿਰ ਖੁੱਲੀ ਨਹੀਂ ਰਹੀ। ਫਿਰ ਉਹਦਾ ਹਾਲ, ਉਹਦੀ
ਜੋ ਉਸ ਵੇਲੇ ਦਸ਼ਾ ਦੁਰਦਸ਼ਾ ਜੋ ਹੋਈ ਹੈ ਉਹ ਸਾਰੇ ਆਪਾਂ ਜਾਣਦੇ ਹਾਂ ਕਿ ਅਬਦਾਲੀ ਨਾਲ ਕੀ ਹੋਇਆ, ਮੱਸਾ ਰੰਗੜ ਵਰਗੇ ਨਾਲ ਕੀ ਹੁੰਦਾ ਹੈ, ਜ਼ਕਰੀਆ ਖਾਂ ਵਰਗੇ ਨਾਲ ਕੀ ਹੁੰਦਾ ਹੈ। ਤੇ ਜਾਂ ਫਿਰ ਸਮੇਂ ਦੀ ਸਰਕਾਰ ਜਦੋਂ ਦੁਸ਼ਟ ਪੁਣੇ ਤੇ ਉਤਰ ਆਈ ਤੇ ਨਾ ਉਹਨੇ ਛੋਟਾ ਬੱਚਾ ਵੇਖਿਆ ਦੁੱਧ ਪੀਂਦਾ, ਤੇ ਨਾ ਭਰ ਜੋਬਨ ਵਿੱਚ ਜਵਾਨ ਵੇਖਿਆ, ਨਾ ਬਜ਼ੁਰਗ ਵੇਖਿਆ, ਤੇ ਫਿਰ ਸਮੇਂ ਦੀ ਉਸ ਸਰਕਾਰ ਉਸ ਇੰਦਰਾ ਦਾ ਕੀ ਹਾਲ ਹੁੰਦਾ ਹੈ। ਇਹ ਸਭ ਅਸੀਂ ਜਾਣਦੇ ਹਾਂ। ਅਸੀਂ ਜਾਣ ਕੇ ਅਣਜਾਣੇ ਹੋ ਜਾਈਏ ਉਹ ਗੱਲ ਵੱਖਰੀ ਹੈ ਕਿ ਜਦੋਂ ਇੱਕ ਨੌਜਵਾਨ ਨੂੰ ਇੱਕ ਬਜ਼ੁਰਗ ਮਾਤਾ ਕਹਿੰਦੀ ਹੈ ਵੀ ਪੁੱਤ ਮੈਨੂੰ ਪਿਆਸ ਬੜੀ ਲੱਗੀ ਹੋਈ ਹੈ, ਘਬਰਾਹਟ ਹੋ ਰਹੀ ਹੈ, ਮੈਨੂੰ ਸਾਹ ਲੈਣਾ ਔਖਾ ਹੋ ਰਿਹਾ, ਤੇ ਤੂੰ ਕਿਤੇ ਕੋਈ ਭਾਂਡਾ ਪਾਣੀ ਦਾ ਭਰ ਕੇ ਲਿਆ ਤੇ ਮੈਂ ਪੀ ਲਵਾਂ। ਨੌਜਵਾਨ ਨੇ ਵੇਖਿਆ ਵੀ ਬਜ਼ੁਰਗ ਮਾਤਾ ਵਾਕਈ ਹਾਲਤ ਵਿਗੜਦੀ ਜਾ ਰਹੀ ਹੈ, ਕਿਉਂਕਿ ਹਾਲਤ ਤਾਂ ਸਾਰਿਆਂ ਦੀ ਵਿਗੜੀ ਸੀ, ਨਾ ਪਾਣੀ ਹੈ ਨਾ ਬਿਜਲੀ ਹੈ। ਇੱਕ ਕਮਰੇ ਵਿੱਚ ਜਿੱਥੇ 10 ਜਣੇ ਹੁੰਦੇ ਆ ਉੱਥੇ 50-50 ਜਣੇ ਬੰਦ ਨੇ। ਹਾਲਤ ਬਜ਼ੁਰਗ ਦੀ ਮਾਤਾ ਦੀ ਵੇਖ ਕੇ ਉਹ ਲੈ ਕੇ ਆਉਂਦਾ ਭਾਂਡਾ ਭਰ ਕੇ, ਤੇ ਜਦੋਂ ਦੇਣ ਲੱਗਦਾ ਹੈ ਤੇ ਫੌਜੀ ਦਸਤੇ ਜਿਹੜੇ ਅੰਦਰ ਪ੍ਰਵੇਸ਼ ਕਰ ਚੁੱਕੇ ਆ ਉਹਨਾਂ ਨੇ ਉਸੇ ਵੇਲੇ ਭਾਂਡਾ ਪਕੜ ਲਿਆ ਤੇ ਭਾਂਡੇ ਦੇ ਵਿੱਚ ਬੀੜੀਆਂ ਤੇ ਸਿਗਰਟਾਂ ਜਿਹੜੀਆਂ ਨੇ ਉਹ ਘੋਲ ਕੇ ਤੇ ਕਹਿਣ ਲੱਗੇ ਪਾਣੀ ਪੀਣਾ ਤੇ ਆਹ ਵਾਲਾ ਪਾਣੀ ਪੀਓ। ਇੰਨਾ ਦੁਸ਼ਟਪੁਣਾ, ਇੰਨੀ ਮੱਤ ਮਾਰੀ ਜਾ ਚੁੱਕੀ ਆ ਕਿ ਨਾ ਰੱਬ ਦਾ ਘਰ ਦਿਸਿਆ ਤੇ ਨਾ ਰੱਬ ਦੇ ਘਰ ਵਿੱਚ ਰੱਬ ਦੇ ਪਿਆਰੇ ਦਿਸੇ। ਜਿਹੜੇ ਬਜ਼ੁਰਗਾਂ ਨੂੰ ਬਾਹਰ ਕੱਢਿਆ ਗਿਆ ਉਹਨਾਂ ਦੀ ਦਸਤਾਰਾਂ ਲਾ ਕੇ ਉਹਨਾਂ ਦੀਆਂ ਬਾਹਾਂ ਪਿੱਛੇ ਨੂੰ ਕਰਕੇ ਬੰਨ੍ਹ ਦਿੱਤੀਆਂ ਗਈਆਂ ਤੇ ਮੂੰਹ ਉਹਨਾਂ ਦੇ ਕੰਧ ਵੱਲ ਨੂੰ ਕਰਕੇ ਪਿੱਛੋਂ ਦੀ ਉਹਨਾਂ ਦੇ ਫੱਟ ਮਾਰੇ ਗਏ, ਪੈਰਾਂ ਦੇ ਠੁੱਡੇ ਮਾਰੇ ਗਏ। ਤੇ ਜੇ ਉਹਨਾਂ ਨੇ ਕਿਹਾ ਵੀ ਸਾਨੂੰ ਪਾਣੀ ਦਾ ਘੁੱਟ ਹੀ ਪਿਆ ਦਿਓ, ਜਿੱਥੇ ਬੀੜੀਆਂ ਸਿਗਰਟਾਂ ਘੋਲ ਕੇ ਪਿਆਣ ਦੀ ਕੋਸ਼ਿਸ਼ ਕੀਤੀ ਉੱਥੇ ਉਹਨਾਂ ਨੇ ਆਪਣੇ ਬੂਟ ਵਿੱਚ ਵੀ ਪਾਣੀ ਭਰ ਕੇ ਕਿਹਾ ਵੀ ਆਹ ਪੀਓ। ਛੋਟੇ ਛੋਟੇ ਬੱਚਿਆਂ ਤੱਕ ਨਹੀਂ ਬਖਸ਼ਿਆ ਗਿਆ। ਉਹਨਾਂ ਦਾ ਕੀ ਕਸੂਰ ਹੈ, ਕੀ ਉਹਨਾਂ ਦਾ ਗੁਨਾਹ ਹੈ, ਬਾਕੀ ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਏ ਆ। ਇੱਕ ਸੁਹਾਗਣ ਇਸਤਰੀ ਆਪਣੇ ਬੱਚੇ ਤੇ ਆਪਣੇ ਪਤੀ ਦੇ ਸਮੇਤ ਆਉਂਦੀ ਹੈ, ਪਰ ਜਦੋਂ ਉਹ ਵਾਪਸ ਪਰਤਣ ਲੱਗਦੇ ਆ ਤੇ ਸਭ ਤੋਂ ਪਹਿਲਾਂ ਉਹਦੇ ਪਤੀ ਦੇ ਗੋਲੀ ਲੱਗਦੀ ਹੈ, ਉਹ ਪਰਿਕਰਮਾ ਵਿੱਚ ਡਿੱਗ ਪੈਂਦਾ ਹੈ। ਪਰ ਅਖੀਰਲਾ ਸਵਾਸ ਨਿਕਲਣ ਤੋਂ ਪਹਿਲਾਂ ਕਹਿੰਦਾ ਵੀ ਤੂੰ ਮੇਰੀ ਆ ਪੁੱਤ ਦੀ ਨਿਸ਼ਾਨੀ ਵਾਪਸ ਘਰ ਲੈ ਜਾ, ਇਹਦੇ ਆਸਰੇ ਆਪਣਾ ਜੀਵਨ ਕੱਟ ਲਈ। 2 ਕਦਮ ਅੱਗੇ ਤੁਰਦੀ ਹੈ ਤੇ ਗੋਦ ਵਿੱਚ ਚੁੱਕੇ ਹੋਏ ਬੱਚੇ ਦੇ ਸੀਨੇ 'ਚ ਗੋਲੀ ਲੱਗਦੀ ਹੈ, ਉਹ ਵੀ ਉੱਥੇ ਡਿੱਗ ਪੈਂਦਾ ਹੈ। ਤੇ 2 ਕਦਮ ਫਿਰ ਜਦੋਂ ਅੱਗੇ ਤੁਰਦੀ ਹੈ ਤੇ ਉਹਦੇ ਵੀ ਸੀਨੇ ਵਿੱਚ ਆ ਕੇ ਗੋਲੀ ਲੱਗਦੀ ਹੈ। ਉਹ ਉੱਥੇ ਹੀ ਉਹਦੇ ਸਿਰ ਦਾ ਸਾਈਂ ਪਿਆ, ਉੱਥੇ ਹੀ ਉਹ ਛੋਟਾ ਗੋਦ ਵਿੱਚ ਜਿਹੜਾ ਬੱਚਾ ਸੀ ਉਹ ਵੀ ਪਿਆ, ਆਪ ਵੀ ਉੱਥੇ ਹੀ ਪਈ ਹੈ। ਇਹਨਾਂ ਤਿੰਨਾਂ ਦਾ ਕੀ ਕਸੂਰ ਹੈ ਕਿ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹ ਸਾਰੇ ਹੀ ਕੁਦਰਤ ਦੇ ਬੰਦੇ ਆ, ਰੱਬ ਦੇ ਬੰਦੇ ਆ, ਤੇ ਰੱਬ ਦੇ ਬੰਦੇ ਹੀ ਰੱਬ ਦੇ ਬੰਦੇ ਉੱਤੇ ਕਹਿਰ ਢਾ ਰਹੇ ਆ, ਕਿਉਂਕਿ ਉਹਨਾਂ ਦੀ ਮੱਤ ਮਰ ਚੁੱਕੀ ਹੈ, ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ, ਨਫ਼ਰਤ ਇੰਨੀ ਅੰਦਰ ਭਰ ਚੁੱਕੀ ਹੈ ਕਿ ਸੱਚ ਬੋਲਣ ਵਾਲੇ ਦੀ ਆਵਾਜ਼ ਨੂੰ ਸਦਾ ਲਈ ਬੰਦ ਕਰਨਾ ਹੈ। ਤੇ ਕੀ ਸੱਚ ਦੀ ਆਵਾਜ਼ ਬੰਦ ਹੋ ਗਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣੋਂ ਹਟ ਗਿਆ, ਕਿ ਗੁਰਬਾਣੀ ਦੇ ਕੀਰਤਨ ਦੇ ਪ੍ਰਵਾਹ ਰੁਕ ਗਏ। ਗੁਰੂ ਸਾਹਿਬ ਮਹਾਰਾਜ ਜੀ ਤਾਂ ਰੋਜ਼ ਪ੍ਰਕਾਸ਼, ਰੋਜ਼ ਪਾਲਕੀ ਵਿੱਚ, ਉੱਥੇ ਤਾਂ ਮੋਢੇ ਤਰਸਦੇ ਨੇ ਅੱਜ ਵੀ। ਔਰ ਕੇਵਲ ਗੁਰੂ ਕੇ ਸਿੱਖਾਂ ਦੇ ਨਹੀਂ, ਵੱਖ-ਵੱਖ ਧਰਮ ਵਰਨ ਦੇ ਜਿਹੜੇ ਜਾਂਦੇ ਆ ਨਾ ਸ਼ਰਧਾਲੂ, ਉੱਥੇ ਉਹਨਾਂ ਦੇ ਮੋਢੇ ਤਰਸਦੇ ਆ ਕਿ ਸਾਨੂੰ ਵੀ ਕਿਤੇ ਪਾਲਕੀ ਨੂੰ ਮੋਢਾ ਲੱਗ ਜਾਏ
ਤੇ ਅਸੀਂ ਸੋਚਾਂਗੇ ਸਾਡਾ ਜੀਵਨ ਸਫਲ ਹੋ ਗਿਆ। ਕੇਵਲ ਤੇ ਕੇਵਲ ਗੁਰਸਿੱਖ ਨਹੀਂ, ਕਿੰਨੇ ਐਸੇ ਸਨਾਤਨ ਧਰਮ ਦੇ ਵਿੱਚ ਰੂਹਾਂ ਨੇ, ਇਸਲਾਮ ਧਰਮ ਵਿੱਚ ਵੀ ਨੇ, ਵੱਖ-ਵੱਖ ਧਰਮ ਹੈ। ਤੇ ਅੰਮ੍ਰਿਤ ਵੇਲਾ ਜਦੋਂ ਉੱਥੇ ਗੁਰੂ ਸਾਹਿਬ ਮਹਾਰਾਜ ਜੀ ਚੱਲਦੇ ਨੇ ਤੇ ਕਿੰਨਿਆਂ ਦੀ ਅੰਦਰ ਹਿਰਦੇ ਤੜਪਦੇ ਆ ਕਿ ਸਾਨੂੰ ਕਿਤੇ ਮਾੜਾ ਜਾਂ ਮੋਢਾ ਹੀ ਗੁਰੂ ਸਾਹਿਬ ਦੀ ਪਾਲਕੀ ਨੂੰ ਲੱਗ ਜਾਏ। ਬੜਾ ਯਤਨ ਕੀਤਾ ਇਹਨਾਂ ਨੇ, ਕੋਸ਼ਿਸ਼ਾਂ ਕੀਤੀਆਂ। ਇੱਕ ਤਾਂ ਅੰਦਰ ਮੰਦਰ ਸੀ, ਇੱਕ ਬਾਹਰ ਦਾ ਹਰੀ ਮੰਦਰ ਸੀ। ਨਾ ਅੰਦਰ ਦਾ ਜਾਣਿਆ ਨਾ ਬਾਹਰ ਦਾ ਜਾਣਿਆ, ਤੇ ਜਿਹਨੇ ਨਾ ਅੰਦਰ ਦਾ ਜਾਣਿਆ ਨਾ ਬਾਹਰ ਦਾ, ਫਿਰ ਮਹਾਰਾਜ ਕਹਿੰਦੇ ਇਹਨਾਂ ਦੀ ਹਾਲਤ ਕੀ ਹੁੰਦੀ ਆ, ਲੋਕ ਗਇਓ ਪਰ ਲੋਕ ਗਵਾਇਓ। ਇਹੋ ਜੇ ਫਿਰ ਨਾ ਘਰ ਦੇ ਹੁੰਦੇ ਆ ਨਾ ਘਾਟ ਦੇ, ਨਾ ਲੋਕ ਵਿੱਚ ਥਾ ਨਾ ਪਰਲੋਕ ਵਿੱਚ, ਭਟਕਦੇ ਰਹਿੰਦੇ ਆ। ਫਿਰ ਜਦੋਂ ਕੋਸ਼ਿਸ਼ਾਂ ਕੀਤੀਆਂ ਵੀ ਮਿਸ਼ਨ ਤਾਂ 2 ਘੰਟੇ ਦਾ ਸੀ ਤੇ ਦਿਨ 6 ਤਰੀਕ ਆ ਗਈ। ਅਖੀਰ ਇਹਨਾਂ ਨੂੰ ਤੋਪ ਜਿਹੜੇ ਆ, ਟੈਂਕ ਜਿਹੜੇ ਨੇ ਉਹ ਅੰਦਰ ਲਿਆਉਣੇ ਪਏ। ਅੰਦਰ ਸੰਗਤਾਂ ਨੇ, ਕੁਝ ਪਿਆਰ ਵਾਲੇ ਉਹ ਸੂਰਮੇ ਨੇ ਜਿਹੜੇ ਆਪਣਾ ਆਪਾ ਕੁਰਬਾਨ ਕਰਕੇ ਪਵਿੱਤਰ ਅਸਥਾਨਾਂ ਦੀ ਸੰਭਾਲ ਵਾਸਤੇ ਆਪਣਾ ਆਪ ਕੁਰਬਾਨ ਕਰਨਾ ਚਾਹੁੰਦੇ ਆ, ਉਹ ਡਟੇ ਹੋਏ ਨੇ ਅੰਦਰ। ਗੱਲ ਸਿਰਫ ਇੱਕ ਦੀ ਹੁੰਦੀ ਤਾਂ ਇੱਕ, ਜੇ ਕਹੀਏ ਵੀ ਸੰਤ ਜਰਨੈਲ ਸਿੰਘ, ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ, ਉਹਨਾਂ ਨੂੰ ਅਸੀਂ ਪਕੜਨਾ ਤੇ ਉਹ ਤਾਂ ਕਿਤੇ ਵੀ ਤੁਸੀਂ ਪਕੜ ਸਕਦੇ ਸੀ, ਕਿਸੇ ਵੀ ਥਾਂ ਤੇ ਜਾ ਕੇ ਤੁਸੀਂ ਉਹਨਾਂ ਨੂੰ ਪਕੜ ਸਕਦੇ ਸੀ। ਪਰ ਹਰੀ ਮੰਦਰ ਦਰਬਾਰ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ? ਅਕਾਲ ਤਖਤ ਸਾਹਿਬ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ? ਇਹਦੇ ਨਾਲ ਨਾਲ ਜਿਹੜੇ ਹੋਰ 36-40 ਅਸਥਾਨ ਨੇ ਉਹਨਾਂ ਨੂੰ ਕਿਉਂ ਨਿਸ਼ਾਨਾ? ਛੋਟੇ ਛੋਟੇ ਬੱਚਿਆਂ ਨੂੰ ਕਿਉਂ? ਜਿਹੜੀਆਂ ਸਾਡੀਆਂ ਭੈਣਾਂ ਮਾਤਾਵਾਂ ਉੱਥੇ ਗਈਆਂ ਉਹਨਾਂ ਨੂੰ ਕਿਉਂ ਨਿਸ਼ਾਨਾ? ਜਿਹੜੇ ਸਾਡੇ ਬਜ਼ੁਰਗ ਵੀਰ ਗਏ ਆ ਉਹਨਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਗਿਆ? ਔਰ ਹਰੀ ਮੰਦਰ ਉੱਤੇ ਹਮਲਾ, ਅਕਾਲ ਤਖਤ ਸਾਹਿਬ ਤੇ, ਇਹ ਕਿਉਂ? ਅਸਲ ਦੇ ਵਿੱਚ ਫਿਰ ਮਿਸ਼ਨ ਜਿਹੜਾ ਉਹ ਸਮਝ ਵਿੱਚ ਆਉਂਦਾ ਹੈ ਨਾ, ਵੀ ਅਸਲ 'ਚ ਮਨ ਦੀ ਭਾਵਨਾ ਕੀ ਹੈ ਅੰਦਰ। ਹਰ ਤਰ੍ਹਾਂ ਦਾ ਹਥਿਆਰ ਵਰਤ ਕੇ ਵੇਖ ਲਿਆ, ਨਹੀਂ ਗੱਲ ਬਣੀ। ਪਰ ਫਿਰ ਟੈਂਕ ਅੰਦਰ ਲਿਆਂਦੇ ਆ, ਗੋਲੇ ਦਾਗੇ ਗਏ ਆ। ਫਿਰ ਜੋ ਅਕਾਲ ਤਖਤ ਸਾਹਿਬ ਜੀ ਨੂੰ ਤਹਿਸ ਨਹਿਸ ਕਰਨ ਦਾ, ਮਿਟਾਉਣ ਦਾ, ਪਹਿਲੇ ਦਿਨ ਤੋਂ ਹੀ ਕਹਿ ਰਹੇ ਆ ਕਿ ਘੱਲੂਘਾਰਾ ਦਾ ਮਤਲਬ ਹੈ ਤਬਾਹੀ ਕਰਨੀ, ਤਬਾਹ ਕਰ ਦੇਣਾ। ਤੇ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕੀਤੀ ਹੈ। ਜੋ ਅਕਾਲ ਤਖਤ ਸਾਹਿਬ ਦਾ ਦ੍ਰਿਸ਼ ਉਹ ਸਾਰਿਆਂ ਨੇ ਵੇਖਿਆ ਹੈ। ਉੱਥੇ ਫਿਰ ਇੱਕ ਇੱਕ ਜਿਹੜਾ ਉਹ ਡਟਿਆ ਹੋਇਆ ਗੁਰੂ ਕਾ ਸੂਰਮਾ ਸ਼ਹੀਦੀ ਦਾ ਜਾਮ ਪੀਂਦਾ ਹੈ। ਸੰਤ ਬਾਬਾ ਜਰਨੈਲ ਸਿੰਘ ਸ਼ਹੀਦ ਹੁੰਦੇ ਆ, ਭਾਈ ਅਮਰੀਕ ਸਿੰਘ ਵਰਗੇ ਸ਼ਹੀਦ ਹੁੰਦੇ ਆ, ਬਾਬਾ ਠਾਰਾ ਸਿੰਘ ਵਰਗੇ ਸ਼ਹੀਦ ਹੁੰਦੇ ਆ, ਔਰ ਜਰਨਲ ਸੁਬੇਗ ਸਿੰਘ, ਜਿਨ੍ਹਾਂ ਤੋਂ ਇਹ ਫੌਜੀ ਜਿਹੜੇ ਆ, ਕੁਲਦੀਪ ਸਿੰਘ ਬਰਾੜ ਵਰਗੇ ਕਲਪੇ ਪਏ ਆ ਵੀ ਜੋ ਇਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਿਹਾ, ਅਸੀਂ ਇਹਨਾਂ ਦੀ ਦਿਮਾਗ ਦੀ ਪਲੈਨਿੰਗ ਨੂੰ ਫੇਲ ਨਹੀਂ ਕਰ ਪਾ ਰਹੇ। ਉਹਨਾਂ ਨੂੰ ਬਕਾਇਦਾ ਰੱਸੇ ਨਾਲ ਬੰਨ੍ਹ ਕੇ ਉਹਨਾਂ ਨੂੰ ਧੋਇਆ ਵੀ ਗਿਆ, ਖਿੱਚਿਆ ਵੀ ਗਿਆ, ਤਾਂ ਕਿ ਇਹ ਇਸ ਤਰ੍ਹਾਂ ਦਾ ਅਗਾਂਹ ਕੋਈ ਕਰਮ ਨਾ ਕਰ ਸਕੇ। ਪਰ ਇਹ ਉਹ ਸੁਬੇਗ ਸਿੰਘ ਆ ਜਿਨ੍ਹਾਂ ਨੇ ਆਪਣੀ ਫੌਜ ਵਿੱਚ ਰਹਿੰਦਿਆਂ ਸਾਰੀ ਜਿਹੜੀ ਨੌਕਰੀ ਜਿਹੜੀ ਕੀਤੀ ਆ ਇਮਾਨਦਾਰੀ ਨਾਲ ਕੀਤੀ ਹੈ। ਔਰ ਦੁਸ਼ਮਣਾਂ ਦੇ ਵਿੱਚ ਨਾਲ ਜਦੋਂ ਸਾਹਮਣਾ ਕਰਦੇ ਆ ਤੇ 90 ਹਜ਼ਾਰ ਦੁਸ਼ਮਣਾਂ ਦੇ ਹੱਥ ਕੱਲੇ ਨੇ ਖੜੇ ਕਰਵਾ ਦਿੱਤੇ ਆ। ਪਰ ਜਿਹਨੇ ਇਮਾਨਦਾਰੀ ਨਾਲ ਡਿਊਟੀ ਨਿਭਾਈ ਉਹਦੇ ਉੱਤੇ ਹੀ ਇਲਜ਼ਾਮ, ਉਹਦੇ ਤੇ ਹੀ ਦਾਗ ਧੱਬੇ ਲਾ ਦਿੱਤੇ ਗਏ। ਮਨ ਨੂੰ ਬੜੀ ਠੇਸ ਪਹੁੰਚੀ ਵੀ ਮੈਂ ਆਪਣੇ ਤਨੋਂ ਮਨੋਂ ਫੌਜ ਵਿੱਚ ਆਪਣੀ ਡਿਊਟੀ ਨਿਭਾਉਂਦਾ ਰਿਹਾ, ਦੁਸ਼ਮਣਾਂ ਨੂੰ ਨੇੜੇ ਤੱਕ ਨਹੀਂ ਆਉਣ ਦਿੱਤਾ ਗਿਆ, ਪਰ ਇਹਨਾਂ ਨੇ ਉਲਟਾ ਮੇਰੇ ਹੀ ਦਾਮਨ ਤੇ ਦਾਗ ਲਾਤਾ। ਤਾਂ ਹੀ ਤੇ ਦੁਨੀਆ ਦੀ ਭਾਰਤੀ ਫੌਜ ਵਿੱਚੋਂ ਨਿਕਲ ਕੇ ਤੇ ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੋਏ। ਪਰ ਇਹਨਾਂ ਨੇ ਬੜਾ ਬੁਰਾ ਹਾਲ ਅਖੀਰ ਦੇ ਸਮੇਂ ਕੀਤਾ। ਚਾਰੇ ਪਾਸੇ ਲਹੂ ਲੁਹਾਨ ਹੋਇਆ ਪਿਆ, ਜਿਹੜੇ ਸਰੀਰ ਨੇ ਉਹਨਾਂ ਦੇ ਢੇਰ ਲੱਗੇ ਪਏ ਆ।
ਔਰ ਅਖੀਰ ਜਿਹੜਾ ਅਕਾਲ ਤਖਤ ਸਾਹਿਬਜ਼ਾਦੋ ਜੋ ਇਹਨਾਂ ਦਾ ਮਕਸਦ ਸੀ ਉਹ ਇਹਨਾਂ ਨੇ ਪੂਰਾ ਕੀਤਾ ਹੈ। ਫਿਰ ਜਿਹੜੇ ਲਾਸ਼ਾਂ ਨੇ, ਸਰੀਰ ਨੇ, ਉਹਨਾਂ ਦੀ ਸੰਭਾਲ ਨਹੀਂ ਕੀਤੀ। ਕੂੜੇ ਵਾਲੀਆਂ ਗੱਡੀਆਂ, ਗੰਦਗੀ ਜਿਹੜੀਆਂ ਸੁੱਟਣ ਵਾਲੀਆਂ ਗੱਡੀਆਂ, ਉਹ ਮੰਗਾ ਕੇ ਉਹਨਾਂ ਵਿੱਚ ਲੱਦ ਕੇ, ਕਈਆਂ ਦੇ ਸਾਹ ਚੱਲਦੇ ਸੀ, ਉਹਨਾਂ ਨੂੰ ਵੀ ਵਿੱਚ ਹੀ ਲੱਦ ਕੇ ਤੇ ਉਹਨਾਂ ਨੂੰ ਲਿਜਾਇਆ ਗਿਆ। ਕਿਸੇ ਦੀ ਲੱਤ ਲਟਕਦੀ ਹੈ, ਕਿਸੇ ਦੀ ਬਾਂਹ ਲਟਕਦੀ ਹੈ, ਕੂੜੇ ਵਾਲੀ ਗੱਡੀਆਂ 'ਚ ਪਾ ਕੇ ਲਿਜਾਇਆ ਗਿਆ। ਜੋ ਹਾਲਾਤ ਉਸ ਵੇਲੇ ਦੇ ਹੋਏ ਆ ਉਹ ਅਸੀਂ ਕਿਸ ਤਰ੍ਹਾਂ ਭੁੱਲ ਸਕਦੇ ਹਾਂ। ਉਹ ਦ੍ਰਿਸ਼ ਸਾਨੂੰ ਬਾਰ-ਬਾਰ ਚੇਤੇ ਆਉਂਦਾ ਹੈ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ। ਜਦੋਂ ਇਹ ਜੂਨ ਦਾ ਮਹੀਨਾ ਆ ਜਾਏ ਤੇ ਸਾਨੂੰ ਉਹ 84 ਦਾ ਦ੍ਰਿਸ਼ ਚੇਤੇ ਆਉਂਦਾ ਹੈ। ਸਾਨੂੰ ਨਨਕਾਣਾ ਸਾਹਿਬ ਦਾ ਸਾਕਾ ਹਰ ਵੇਲੇ ਚੇਤੇ ਆਉਂਦਾ ਹੈ। ਜੋ ਘੱਲੂ ਘਾਰੇ ਵਾਪਰੇ ਆ ਉਹ ਸਾਨੂੰ ਸਮੇਂ ਨਾਲ ਚੇਤੇ, ਔਰ ਅਸੀਂ ਜੋ ਸਾਨੂੰ ਦਰਦ ਦਿੱਤਾ, ਜੋ ਸਾਨੂੰ ਪੀੜਾ ਦਿੱਤੀ, ਕਮਾਲ ਦੀ ਗੱਲ ਹੈ ਕਿ ਅਸੀਂ ਆਪਣਾ ਦਰਦ ਵੀ ਇੱਕ ਦੂਜੇ ਨਾਲ ਸਾਂਝਾ ਨਹੀਂ ਕਰ ਸਕਦੇ। ਅਸੀਂ ਆਪਣਾ ਦਰਦ ਵੀ ਨਹੀਂ ਵੰਡਾ ਸਕਦੇ। ਇੱਥੋਂ ਹੀ ਹਿਸਾਬ ਲਾਓ ਵੀ ਇਨਸਾਨੀਅਤ ਕਿੰਨੀ ਮਰ ਚੁੱਕੀ ਹੈ ਵੀ ਅਸੀਂ ਆਪਣਾ ਦਰਦ, ਆਪਣੀ ਪੀੜਾ ਵੀ ਕਿਸੇ ਨਾਲ ਸਾਂਝੀ ਨਹੀਂ ਕਰ ਸਕਦੇ। ਆਪਣਾ ਦਰਦ ਵੀ ਸਾਂਝਾ ਕਰਨ ਲੱਗਿਆਂ ਕਈ ਤਰ੍ਹਾਂ ਦੇ ਸਕੰਜੇ ਕੱਸੇ ਜਾਂਦੇ ਆ। ਇਹਦਾ ਮਤਲਬ ਵੀ ਇੱਕ ਤੁਸੀਂ ਆਪਣਾ ਹੁਕਮ ਚਲਾ ਕੇ ਇਸ ਤਰ੍ਹਾਂ ਦਾ ਵਰਤਾਰਾ ਵਰਤਾਓ ਤੇ ਅਸੀਂ ਆਪਣਾ ਦੁੱਖ ਵੀ ਨਾ ਸਾਂਝਾ ਕਰ ਸਕੀਏ। ਦੋ ਤਰ੍ਹਾਂ ਦੇ ਪ੍ਰਾਣੀ ਸ਼ੁਰੂ ਤੋਂ ਹੀ, ਜਦੋਂ ਦੀ ਦੁਨੀਆ ਬਣੀ ਹੈ, ਜੇ ਫੁੱਲ ਹੈ ਤਾਂ ਫੁੱਲ ਦੇ ਨਾਲ ਕੰਡਾ ਵੀ ਜ਼ਰੂਰ ਹੈ। ਜੇ ਮਿੱਠਾ ਫਲ ਹੈ ਤਾਂ ਕੌੜਾ ਫਲ ਵੀ ਹੈ। ਜੇ ਅੰਬ ਵਰਗਾ ਮਿੱਠਾ ਫਲ ਹੈ ਤੇ ਨਿੰਮ ਦੀ ਕੁੜੱਤਣ ਵੀ ਹੈ। ਜੇ ਅੰਮ੍ਰਿਤ ਹੈ ਤਾਂ ਜ਼ਹਿਰ ਵੀ ਹੈ। ਜੋ ਤਰ੍ਹਾਂ ਦੇ ਪ੍ਰਾਣੀ ਆਸਤਕ ਤੇ ਨਾਸਤਕ ਨੇ, ਗੁਰਮੁਖ ਤੇ ਮਨਮੁਖ ਨੇ, ਸੁਹਾਗਣ ਤੇ ਦੁਹਾਗਣ, ਕੁਚੱਜੀ ਤੇ ਸੁਚੱਜੀ ਹੈ। ਪਰ ਦੇਖਣਾ ਇਹ ਹੈ ਕਿ ਲਾਹਾ ਕਿਹੜਾ ਲੈ ਕੇ ਗਿਆ ਤੇ ਆਪਣੀ ਜ਼ਿੰਦਗੀ ਦਾ ਮੂਲ ਕਿਹੜਾ ਗਵਾ ਕੇ ਗਿਆ। ਇੱਥੇ ਗੱਲ ਹੋ ਰਹੀ ਹੈ ਗੁਰਮੁਖਾਂ ਦੀ, ਜਿਨ੍ਹਾਂ ਨੇ ਆਪਣੀ ਇਨਸਾਨੀਅਤ ਨੂੰ ਸਮਝ ਕੇ, ਮਨੁੱਖਤਾ ਨੂੰ ਸਮਝ ਕੇ ਉਸ ਰਾਹ ਤੁਰੇ ਨੇ ਜਿਸ ਰਾਹ ਤੁਰਨ ਲਈ ਇਹ ਜਨਮ ਦਿੱਤਾ ਹੈ ਸਾਨੂੰ। ਠੀਕ ਹੈ, ਦੁਨੀਆ ਵਿੱਚ ਲੇਖਾ ਕੋਈ ਨਾ ਸਾਡੇ ਕੋਲੋਂ ਮੰਗੇ, ਪਰ ਉਹਨੇ ਤਾਂ ਲੇਖਾ ਮੰਗਣਾ ਹੈ ਨਾ ਜਿਹਨੇ ਸਾਨੂੰ ਜਨਮ ਦਿੱਤਾ ਹੈ। ਉੱਥੇ ਤਾਂ ਕੋਈ ਸਾਡੀ ਸਿਫਾਰਿਸ਼ ਨਹੀਂ ਚੱਲਣੀ, ਉੱਥੇ ਕੋਈ ਸਾਡਾ ਰੋਹਬ ਨਹੀਂ ਚੱਲਣਾ, ਜ਼ੋਰ ਨਹੀਂ ਚੱਲਣਾ, ਉੱਥੇ ਕੋਈ ਸਾਡੀ ਪਾਵਰ ਕੰਮ ਨਹੀਂ ਆਉਣੀ। ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ, ਰੱਬ ਮੰਗੇਸੀਆਂ ਤੂੰ ਆਹੋ ਕਿਹੜੇ ਕੰਮ, ਕਿ ਤੈਨੂੰ ਆਹ ਕਰਤੂਤਾਂ ਕਰਨ ਲਈ ਦੁਨੀਆ 'ਚ ਭੇਜਿਆ ਸੀ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ, ਸੋ ਸੱਚ ਮੰਦਰ ਜਿਤ ਸੱਚ ਧਿਆਈ ਹੈ। ਉਹ ਸੱਚ ਦਾ ਮੰਦਰ ਹੈ ਜਿੱਥੇ ਸੱਚ ਨੂੰ ਧਿਆਇਆ ਜਾਂਦਾ ਹੈ। ਸੋ ਹਿਰਦਾ ਸੁਹੇਲਾ, ਉਹ ਹਿਰਦਾ ਵੀ ਸੁਖੀ ਹੈ, ਸੁੱਖ ਨਾਲ ਭਰਿਆ ਹੈ। ਜਿਤ ਹਰ ਗੁਣ ਗਾਈ ਹੈ, ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਆ। ਜਿਸ ਹਿਰਦੇ ਦੇ ਵਿੱਚ ਪਰਮੇਸ਼ਵਰ ਦੇ ਗੁਣ ਗਾਏ ਜਾਂਦੇ ਆ। ਪਰ ਗੁਣ ਤਾਂ ਹੀ ਗਾਵਾਂਗੇ ਜੇ ਅੰਦਰ ਭਾਂਡਾ ਖਾਲੀ ਹੋਏਗਾ। ਅੰਦਰ ਭਾਂਡਾ ਤੇ ਅਵਗੁਣਾਂ ਨਾਲ ਭਰਿਆ ਪਿਆ, ਤੇ ਅਵਗੁਣਾਂ ਨਾਲ ਭਰਿਆ ਹੋਇਆਂ ਦਾ ਜਿਹੜਾ ਉਹ ਭਾਂਡਾ, ਜਿਨ੍ਹਾਂ ਦਾ ਅਵਗੁਣਾਂ ਨਾਲ ਭਰਿਆ, ਉਹ ਗੁਣ ਨਹੀਂ ਜੇ ਗਾ ਸਕਦੇ। ਗੁਣ ਗਾਉਣ ਵਾਸਤੇ ਪਹਿਲਾਂ ਅਵਗੁਣਾਂ ਵਾਲਾ ਭਾਂਡਾ ਖਾਲੀ ਕਰਨਾ ਪੈਣਾ ਹੈ। ਤੇ ਉਹ ਕਿਵੇਂ ਹੋਏਗਾ? ਆਪਣੇ ਆਪ ਤੇ ਹੋ ਨਹੀਂ ਸਕਦਾ। ਉਹਦੇ ਲਈ ਬੇਨਤੀ ਕਰਨੀ ਪਏਗੀ ਵੀ ਵਾਹਿਗੁਰੂ ਜੀ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਮੈਂ ਅਵਗੁਣ ਹੀ ਅਵਗੁਣ ਲੈ ਕੇ ਤੁਹਾਡੇ ਪਾਸ ਆਇਆ, ਇੱਕ ਵੀ ਗੁਣ ਨਹੀਂ ਹੈ ਮੇਰੇ ਕੋਲ। ਤੁਸੀਂ ਤਰੁੱਠ ਕੇ ਮੇਰੇ ਤੇ ਮਿਹਰ ਕਰੋ ਤਾਂ ਕਿ ਅਵਗੁਣਾਂ ਤੋਂ ਛੁਟਕਾਰਾ ਹੋ ਜਾਏ ਤੇ ਮੈਂ ਸ਼ੁਭ ਗੁਣ ਲੈ ਕੇ ਫਿਰ ਸ਼ੁਭ ਗੁਣਾਂ ਦੇ ਆਧਾਰ ਤੇ ਪਰਮੇਸ਼ਵਰ ਨੂੰ ਦੇ ਗੁਣ ਗਾ ਸਕਾਂ। ਉਹ ਹਿਰਦਾ ਸੁੱਖ ਨਾਲ ਭਰ ਜਾਂਦਾ ਹੈ ਜਿਸ ਹਿਰਦੇ ਵਿੱਚ ਵਾਹਿਗੁਰੂ ਜੀ ਦੇ ਗੁਣ ਗਾਏ ਜਾਂਦੇ ਆ।
ਸਾ ਧਰਤ ਸੁਹਾਵੀ, ਧਰਤ ਦੇ ਤੱਤੇ ਨੂੰ ਸਿਹਾਰੀ ਧਰਤੀ, ਥਾਂ, ਜਗ੍ਹਾ। ਸੁਹਾਵੀ ਬੜੀ ਸੋਹਣੀ ਹੈ, ਬੜੀ ਸੁਹਾਵੀ ਹੈ। ਜਿਤ ਵਸੈ ਹਰ ਜਨ ਸੱਚੇ, ਨਾਮ ਵਿਟੋਂ ਕੁਰਬਾਨੋ ਜੀਓ। ਕਹਿੰਦੇ ਜਿੱਥੇ ਹਰੀ ਦੇ ਜਨ ਵਸਦੇ ਨੇ, ਜਿੱਥੇ ਵਾਹਿਗੁਰੂ ਜੀ ਦੇ ਪਿਆਰੇ ਵਸਦੇ ਨੇ, ਉਹ ਥਾਂ ਸੁਹਾਵੀ ਹੈ। ਦੇਖੋ ਆਪਾਂ ਜਿਸ ਥਾਂ ਤੇ ਬੈਠੇ ਹਾਂ, ਇਹ ਵੀ ਧਰਤੀ ਦਾ ਹੀ ਇੱਕ ਹਿੱਸਾ ਹੈ। ਔਰ ਜਿੱਥੇ ਆ ਨਸ਼ਿਆਂ ਦੇ ਅਸਥਾਨ ਬਣੇ ਆ, ਉਹ ਵੀ ਇੱਕ ਧਰਤੀ ਦਾ ਹੀ ਹਿੱਸਾ, ਉਹ ਵੀ ਧਰਤੀ ਤੇ ਬਣਿਆ, ਆ ਵੀ ਧਰਤੀ ਤੇ ਬਣਿਆ। ਪਰ ਜਦੋਂ ਕਿਸੇ ਮਾੜੀ ਥਾਂ, ਕਿਸੇ ਨਸ਼ੇ ਦੇ ਅਸਥਾਨ ਕੋਲੋਂ ਲੰਘੋਗੇ, ਕਦੇ ਹੱਥ ਨਹੀਂ ਜੁੜਦੇ, ਕਦੇ ਸਿਰ ਨਹੀਂ ਝੁਕਦਾ, ਸਗੋਂ ਅਸੀਂ ਮੂੰਹ ਪਰੇ ਕਰਕੇ ਲੰਘਦੇ ਹਾਂ ਵੀ ਸਾਡੀ ਅੱਖ ਇੱਧਰ ਨਾ ਚਲੀ ਜਾਏ। ਪਰ ਜਦੋਂ ਧਰਮ ਦੇ ਅਸਥਾਨ ਕੋਲ ਆਉਂਦੇ ਆ, ਬਦੋ ਬਦੀ ਹੱਥ ਜੁੜ ਜਾਂਦੇ ਆ, ਬਦੋ ਬਦੀ ਸਿਰ ਝੁਕ ਜਾਂਦਾ ਹੈ, ਕਿਉਂਕਿ ਇਹ ਥਾਂ ਸੁਹਾਵਣਾ ਹੈ, ਇਹ ਥਾਂ ਸੋਹਣਾ ਹੈ। ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਜੇ ਕੋਈ ਭਾਵਨਾ ਵਾਲਾ ਵਸਦਾ ਨਾ, ਆਲ ਵਰਲਡ, ਪੂਰੀ ਦੁਨੀਆ ਦੇ ਵਿੱਚ, ਤੇ ਜਦੋਂ ਉਹ ਕਿਤੇ ਪੰਜਾਬ ਦੀ ਧਰਤੀ ਤੇ ਉਤਰਦਾ ਹੈ ਨਾ, ਤੇ ਪੰਜਾਬ ਦੀ ਧਰਤੀ ਤੇ ਉਤਰਦਿਆਂ ਮਨ ਵਿੱਚ ਖਿਆਲ ਆਉਂਦਾ ਵੀ ਮੈਂ ਅੰਮ੍ਰਿਤਸਰ ਸਿਫਤੀ ਦੇ ਘਰ ਇੱਕ ਵਾਰ ਜ਼ਰੂਰ ਜਾਣਾ ਹੈ, ਤਾਂ ਕਿ ਮੇਰਾ ਆਉਣਾ ਸਫਲ ਹੋ ਜਾਏ। ਕਈ ਜਾਂਦੇ ਹੋਏ ਰੋਂਦੇ ਵੀ ਵੇਖੇ ਨੇ। ਪੁੱਛਿਆ ਵੀ ਤੁਸੀਂ ਵਾਪਸ ਆਪਣੇ ਮੁਲਕ ਨੂੰ ਜਾ ਰਹੇ ਹੋ, ਕਿ ਰੋਂਦੇ ਕਿਉਂ? ਕਹਿੰਦੇ ਰੋਂਦੇ ਇਸ ਲਈਆਂ ਵੀ ਅਸੀਂ ਆਏ ਤਾਂ ਸੀ, ਪਰ ਅੰਮ੍ਰਿਤਸਰ ਸਿਫਤੀ ਦੇ ਘਰ ਨਹੀਂ ਸਾਡੇ ਕੋਲੋਂ ਜਾ ਹੋਇਆ। ਅਸੀਂ ਬੜੀਆਂ ਥਾਵਾਂ ਤੇ ਘੁੰਮ ਫਿਰ ਆਏ ਆ, ਪਰ ਸਾਡੇ ਕੋਲੋਂ ਸੱਚਖੰਡ ਹਰਮੰਦਰ ਸਾਹਿਬ ਦਰਬਾਰ ਸਾਹਿਬ ਨਹੀਂ ਜਾ ਹੋਇਆ। ਇਹ ਪਛਤਾਵਾ ਲੈ ਕੇ ਚੱਲੇ ਆ। ਤਾਂ ਅੱਖ ਭਰ ਕੇ ਇੱਕ ਨੂੰ ਪੁੱਛਿਆ ਤੂੰ ਕਿਉਂ ਰੋਣਾ ਹੈ? ਉਹ ਕਹਿਣ ਲੱਗੇ ਵੀ ਜਿਹੜਾ ਦੀਦਾਰ ਮੈਂ ਕਰਕੇ ਚੱਲਿਆ ਨਾ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ, ਮੈਨੂੰ ਉਹ ਜਿੱਥੇ ਮੁਲਕ 'ਚ ਚੱਲਿਆ, ਮੈਨੂੰ ਉਹ ਦੀਦਾਰ ਉੱਥੇ ਨਹੀਂ ਹੋਣੇ। ਉਹ ਭਾਵਨਾ, ਉਹ ਪਿਆਰ, ਉਹ ਬਖਸ਼ਿਸ਼ ਮੈਨੂੰ ਉੱਥੇ ਨਹੀਂ ਮਿਲਣੀ ਜਿਹੜੀ ਇੱਥੇ ਬੈਠਿਆਂ ਮੈਨੂੰ ਮਿਲੀ ਹੈ। ਉਹ ਕਈ ਇਸ ਕਰਕੇ ਰੋਂਦੇ ਆ, ਕਈ ਉਸ ਕਰਕੇ ਰੋਂਦੇ ਆ। ਇਸ ਲਈ ਮਹਾਰਾਜ ਕਹਿੰਦੇ ਉਹ ਥਾਂ ਸੁਹਾਵੀ ਹੈ। ਆ ਧਰਤੀ, ਆ ਸਾਡਾ ਸਰੀਰ ਵੀ ਧਰਤੀ ਹੈ, ਮਿੱਟੀ ਦਾ ਬਣਿਆ ਨਾ, ਇਹ ਵੀ ਅੰਦਰੋਂ ਸੋਹਣਾ ਹੋ ਜਾਏਗਾ ਜੇ ਕਿਤੇ ਪਰਮੇਸ਼ਵਰ ਦੇ ਗੁਣ ਮਨ ਕਿਤੇ ਜਨ ਬਣ ਕੇ ਗਾਉਣ ਲੱਗ ਜਾਏ। ਜਨ ਮਨ ਨੇ ਬਣਨਾ ਹੈ, ਸਰੀਰ ਨੇ ਨਹੀਂ। ਜਿੱਥੇ ਗੁਰਮੁਖ ਜਨ ਬੈਠ ਕੇ ਰੱਬੀ ਨਾਮ ਨੂੰ ਧਿਆਉਂਦੇ ਆ, ਉਹ ਧਰਤੀ ਵੀ ਸੁਹਾਵਣੀ ਹੈ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਹੁਣ ਆ ਪੱਬਾਂ ਕਲੱਬਾਂ ਦੇ ਵਿੱਚ ਜਿੱਥੇ ਨਾਚ ਗਾਣੇ ਚੱਲਦੇ ਆ, ਕਦੇ ਹੱਥ ਜੋੜ ਕੇ ਸਿਰ ਝੁਕਦਾ, ਕਦੇ ਨਹੀਂ ਝੁਕਦਾ। ਜਦੋਂ ਧਰਮ ਅਸਥਾਨ ਦੇ ਕੋਲ ਆਉਂਦੇ ਆ, ਝੁਕਦਾ ਸੀਸ, ਕਿਉਂਕਿ ਅੰਦਰ ਮੇਰਾ ਸਤਿਗੁਰੂ ਪ੍ਰਕਾਸ਼ਮਾਨ ਹੋ ਕੇ ਬਿਰਾਜਮਾਨ ਨੇ, ਤੇ ਉਹ ਰੱਬੀ ਬਾਣੀ ਦੇ ਪ੍ਰਵਾਹ ਚੱਲ ਰਹੇ ਆ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿੱਥੈ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਉਹ ਥਾਂ ਭਾਲ ਕੇ ਉਹਦੀ ਮਿੱਟੀ ਨੂੰ ਮੱਥੇ ਤੇ ਲਾਇਆ, ਕਿਉਂਕਿ ਇੱਥੇ ਮੇਰੇ ਸਤਿਗੁਰੂ ਦੇ ਪਾਕ ਪਵਿੱਤਰ ਚਰਨ ਪਏ ਨੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਸਾ ਧਰਤ ਸੁਹਾਵੀ। ਧਰਤੀ ਵੀ ਕਹਿ ਸਕਦੇ ਆ, ਤੱਤੇ ਨੂੰ ਸਿਹਾਰੀ ਹੈ। ਉਹ ਧਰਤੀ ਸੁਹਾਵੀ ਸੋਹਣੀ ਹੈ, ਜਿਤ ਵਸੈ, ਜਿਹਦੇ ਵਿੱਚ ਵਸਦਾ ਹਰ ਜਨ, ਹਰੀ ਦੇ ਜਨ ਵਸਦੇ ਨੇ। ਸੱਚੇ ਨਾਮ ਵਿਟੋ ਕੁਰਬਾਨੋ ਜੀਓ, ਜਿੱਥੇ ਬੈਠ ਕੇ ਉਹ ਸੱਚੇ ਨਾਮ ਦਾ ਅਭਿਆਸ ਕਰ ਰਹੇ ਨੇ। ਵੈ ਸਭ ਕਹਿੰਦੇ ਮੈਂ ਉਹ ਸੱਚੇ ਨਾਮ ਤੋਂ ਬਲਹਾਰੇ ਜਾਵਾਂ, ਸਦਕੇ ਜਾਵਾਂ, ਜਿਸ ਨਾਮ ਦੇ ਸਿਮਰਨ ਦੇ ਨਾਲ ਇਹ ਘਰ ਮੰਦਰ ਬਣ ਗਿਆ। ਇਹ ਜਿਹੜਾ ਘਰ ਹੈ ਹਿਰਦਾ ਮੰਦਰ ਬਣ ਗਿਆ, ਜਿਹਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਧਰਤੀ ਵੀ ਜਿਹੜੀ ਹੈ ਉਹ
ਸੁਹਾਵਣੀ ਹੋ ਗਈ ਹੈ। ਜਿਹਦੇ ਨਾਮ ਦਾ ਸਿਮਰਨ ਕਰਨ ਨਾਲ ਸੋ ਰਿਦਾ ਸੁਹੇਲਾ, ਹਿਰਦਾ ਵੀ ਸੁੱਖ ਨਾਲ ਭਰ ਗਿਆ ਹੈ। ਮੈਂ ਐਸੇ ਪਰਮੇਸ਼ਵਰ ਦੇ ਨਾਮ ਤੋਂ ਸਦਕੇ ਜਾਂਦਾ ਹਾਂ। ਸੱਚ ਵਡਾਈ ਕੀਮ ਨਾ ਪਾਈ, ਕੁਦਰਤ ਕਰਮ ਨਾ ਕਹਿਣਾ ਜਾਈ। ਧਿਆਏ ਧਿਆਏ ਜੀਵੈ ਜਨ ਤੇਰੇ, ਸੱਚ ਸ਼ਬਦ ਮਨ ਮਾਣੋ ਜਿਉ। ਸੱਚ ਵਡਾਈ, ਵਡਾਈ ਮੈਨੇ ਸ਼ੋਭਾ। ਜਿਹੜੀ ਸੱਚੀ ਸ਼ੋਭਾ ਪਰਮੇਸ਼ਵਰ ਦੀ ਹੁੰਦੀ ਹੈ, ਕੀਮ ਨਾ ਪਾਈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਜਿਹੜੀ ਸੱਚੇ ਦੀ ਵਡਿਆਈ ਹੈ, ਸੱਚੇ ਦੀ ਸ਼ੋਭਾ ਹੈ, ਸੱਚੇ ਦੀ ਸਿਫਤ ਹੈ, ਸੱਚੇ ਦੀ ਉਸਤਤ ਹੈ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਕੀਮਤ, ਉਹਦੀ ਕੀਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਾਂ ਕਿਸੇ ਕੀਮਤ ਤੇ ਵਾਹਿਗੁਰੂ ਜੀ ਦੀਆਂ ਵਡਿਆਈਆਂ ਖਰੀਦੀਆਂ ਨਹੀਂ ਜਾ ਸਕਦੀਆਂ। ਜਿਹੜੀ ਹੋਵੇ ਸਿਫਤ ਖਸਮ ਦੀ, ਜਿਹੜੀ ਖਸਮ ਦੀ ਸਿਫਤ ਹੈ, ਉਹ ਆ ਦੁਨੀਆ ਦੇ ਮਾਇਆਵੀ ਧਨ ਪਦਾਰਥਾਂ ਦੇ ਵਿੱਚ ਚੰਦ ਟੁਕੜੇ ਦੇ ਕੇ ਧਨ ਦੇ ਉਹ ਸਿਫਤਾਂ ਨੂੰ ਖਰੀਦਿਆ ਨਹੀਂ ਜਾ ਸਕਦਾ। ਇਹ ਤਾਂ ਜਿਹਦੇ ਉੱਤੇ ਬਖਸ਼ਿਸ਼ ਹੋਏਗੀ ਉਹੀ ਸਿਫਤ ਸਲਾਹ ਵਿੱਚ ਜੁੜ ਸਕਦਾ ਹੈ, ਨਹੀਂ ਤਾਂ ਕਰੋੜਾਂ ਅਰਬਾਂ ਖਰਬਾਂ ਪਤੀ ਵੀ ਜਿਹੜੇ ਨੇ ਨਾ, ਉਹ ਵੀ ਉਹਦੀ ਸਿਫਤ ਤੋਂ ਵਾਂਝੇ ਤੁਰ ਜਾਂਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਉਹ ਬਾਹਰ ਦਾ ਧਨ, ਬਾਹਰ ਦੇ ਉੱਚੇ ਅਹੁਦੇ ਤੇ ਬਾਹਰ ਦੇ ਪਦਾਰਥਾਂ ਦੀ ਖੇਡ ਵੇਖ ਕੇ ਸਿਫਤ ਨਹੀਂ ਦਿੰਦਾ, ਉਹ ਅੰਦਰ ਦੀ ਭਾਵਨਾ ਵੇਖ ਕੇ ਜਿਸ ਨੂੰ ਬਖਸ਼ੈ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਫਿਰ ਝੁੱਗੀ ਵਿੱਚ ਕਿਉਂ ਨਾ ਰਹਿਣ ਵਾਲਾ ਹੋਵੇ, ਉਹ ਦਿਹਾੜੀਦਾਰ ਕਿਉਂ ਨਾ ਹੋਵੇ, ਜੇ ਮਾਲਕ ਨੇ ਉਹਨੂੰ ਸਿਫਤ ਦੇ ਦਿੱਤੀ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਤੇ ਜੇ ਕੋਈ ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦਾ ਹੈ, ਤੇ ਜੇ ਉਹਨੂੰ ਮੇਰੇ ਮਾਲਕ ਨੇ ਆਪਣੀ ਵਡਿਆਈ ਨਹੀਂ ਦਿੱਤੀ, ਤੇ ਮਹਾਰਾਜ ਕਹਿੰਦੇ ਉਹ ਕੰਗਾਲ ਹੈ, ਕੌਡੀ ਦਾ ਵੀ ਨਹੀਂ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸੱਚ ਸਲਾਹਣ। ਸਤਿਗੁਰੂ ਜੀ ਕਹਿੰਦੇ ਸੱਚ ਵਡਾਈ, ਜਿਹੜੀ ਸੱਚ ਦੀ ਵਡਾਈ ਹੈ, ਸ਼ੋਭਾ ਹੈ, ਉਸਤਤ ਹੈ, ਕੀਮ ਨਾ ਪਾਈ, ਇਹਦੀ ਕੀਮਤ ਨੂੰ ਪਾਇਆ ਹੀ ਨਹੀਂ ਜਾ ਸਕਦਾ, ਇਹਦੀ ਕੀਮਤ ਨੂੰ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਕੁਦਰਤ ਕਰਮ ਨ ਕਹਿਣਾ ਜਾਈ, ਜੋ ਕੁਦਰਤ ਵਿੱਚ ਵਰਤ ਰਿਹਾ ਹੈ, ਤੱਤੇ ਨੂੰ ਸਿਹਾਰੀ, ਜੋ ਕੁਦਰਤ ਵਿੱਚ ਉਹਦੀ ਕਲਾ ਵਰਤ ਰਹੀ ਹੈ, ਮਹਾਰਾਜ ਕਹਿੰਦੇ ਕਹੀ ਨਹੀਂ ਜਾ ਸਕਦੀ। ਕਰਮ ਦੇ ਮਾਂ ਅੱਖਰ ਨੂੰ ਔਂਕੜ ਹੈ, ਨਾਲ ਨਾਲ ਆਪ ਜੀ ਨਾਲ ਜੋ ਸਿਹਾਰੀ ਬਿਹਾਰੀ ਔਂਕੜ ਦੁਲੈਂਕੜ ਹੈ, ਇਹ ਵੀ ਸਾਂਝ ਪਾਈ ਜਾਂਦੀ ਹੈ, ਤਾਂ ਕਿ ਬਾਣੀ ਪੜ੍ਹਨ ਲੱਗਿਆਂ ਅਰਥ ਸੁਖਾਲੇ ਹੋ ਜਾਣ, ਸਮਝ ਵਿੱਚ ਆ ਜਾਏ। ਕਰਮ ਦਾ ਜਿਹੜਾ ਮਾਂ ਅੱਖਰ ਮੁਕਤਾ ਹੋਏਗਾ, ਤੇ ਕਰਮਾਂ ਦੀ ਗੱਲ ਹੈ। ਇੱਥੇ ਹੁਣ ਮਾਂ ਅੱਖਰ ਨੂੰ ਔਂਕੜ ਲੱਗੀ ਹੈ, ਇੱਥੇ ਹੈ ਬਖਸ਼ਿਸ਼। ਤੇ ਜਿੱਥੇ ਮਾਂ ਅੱਖਰ ਨੂੰ ਸਿਹਾਰੀ ਲੱਗੀ ਹੋਵੇ, ਉਹ ਸਿਹਾਰੀ ਦੀ ਆਵਾਜ਼ ਆਏਗੀ, ਬਖਸ਼ਿਸ਼ ਨਾਲ, ਉੱਥੇ ਨਾਲ। ਹੁਣ ਇੱਥੇ ਔਂਕੜ ਲੱਗੀ ਹੈ, ਇਹਦਾ ਅਰਥ ਹੈ ਬਖਸ਼ਿਸ਼। ਕੁਦਰਤ ਕਰਮ ਨਾ ਕਹਿਣਾ ਜਾਈ, ਕੁਦਰਤ ਵਿੱਚ ਜਿਹੜੀ ਉਹਦੀ ਬਖਸ਼ਿਸ਼ ਵਰਤ ਰਹੀ ਹੈ, ਉਹ ਨਹੀਂ ਕਹੀ ਜਾ ਸਕਦੀ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਤੇ ਬਸ ਇਹ ਕਹਿ ਸਕਦੇ ਹਾਂ ਵੀ ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਅਸੀਂ ਉਹ ਨਹੀਂ ਬਿਆਨ ਕਰ ਸਕਦੇ ਜੋ ਕੁਦਰਤ ਵਿੱਚ ਉਹਦੀ ਬਖਸ਼ਿਸ਼ ਵਰਤ ਰਹੀ ਹੈ, ਉਹਨੂੰ ਕਿਸੇ ਵੀ ਤਰੀਕੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ, ਕਿਸੇ ਵੀ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ। ਚੋਟੀ ਦੇ ਫਿਲਾਸਫਰ ਮੌਜੂਦ ਨੇ, ਚੋਟੀ ਦੇ ਗਿਆਨੀ ਮੌਜੂਦ ਨੇ, ਗਿਆਨਵਾਨ ਪੁਰਸ਼ ਇੱਕ ਤੋਂ ਇੱਕ ਚੜ੍ਹਾਉਂਦੇ ਬੈਠੇ ਆ ਦੁਨੀਆ ਵਿੱਚ, ਪਰ ਕਿਸੇ ਕੋਲ ਵੀ ਉਹ ਸ਼ਬਦ ਨਹੀਂ ਜਿਹਦੇ ਰਾਹੀਂ ਕੁਦਰਤ ਵਿੱਚ ਵਰਤਣ ਵਾਲੀ ਬਖਸ਼ਿਸ਼ ਨੂੰ ਆਪਣੇ ਉਹਨਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਜਾ ਸਕੇ। ਕੁਦਰਤ ਕਰਮ ਨਾ ਕਹਿਣਾ ਜਾਈ, ਧਿਆਏ ਧਿਆਏ ਜੀਵੈ ਜਨ ਤੇਰੇ। ਜਿਹੜੇ ਤੇਰੇ ਜਨ ਨੇ ਨਾ,
हे ਵਾਹਿਗੁਰੂ ਜੀ, ਜਿਹੜੇ ਤੁਹਾਡੇ ਗੁਰਮੁਖ ਜਨ ਨੇ, ਸਤ ਸੰਗੀ ਜਨ ਨੇ, ਉਹ ਤੁਹਾਡੇ ਨਾਮ ਨੂੰ ਧਿਆ ਧਿਆ ਕੇ ਹੀ ਜਿਉਂਦੇ ਨੇ। ਜੇ ਅਸੀਂ ਨਾਮ ਨੂੰ ਧਿਆ ਰਹੇ ਹਾਂ ਤੇ ਜਿਉਂਦੇ ਹਾਂ, ਤੇ ਜੇ ਅਸੀਂ ਨਹੀਂ ਧਿਆਰੇ ਤੇ ਅਸੀਂ ਜਿਉਂਦੇ ਹਾਂ ਜੀ, ਮੋਏ ਹੋਏ ਹਾਂ। ਤੇ ਜਿਨ੍ਹਾਂ ਨੇ ਧਿਆਇਆ ਉਹ ਤੇ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਉ। ਮਹਾਰਾਜ ਜੀ, ਜਿੰਨਾ ਚਿਰ ਧਿਆਰੇ ਹਾਂ ਜਿਉਂਦੇ ਹਾਂ, ਜਿੱਦਣ ਵਿਸਰ ਗਏ ਉਦਣ ਸਾਡੀ ਮੌਤ ਹੋ ਜਾਏਗੀ। ਸਰੀਰ ਦੀ ਮੌਤ ਤਾਂ ਹੋਵੇ ਨਾ ਹੋਵੇ, ਪਤਾ ਨਹੀਂ ਕਦੋਂ ਜਾ ਕੇ ਹੋਵੇ, ਪਰ ਜ਼ਮੀਰ ਉਸ ਦਿਨ ਮਰ ਜਾਂਦੀ ਹੈ ਜਿੱਦਣ ਤੁਹਾਡਾ ਨਾਮ ਸਾਡੇ ਤੋਂ ਵਿਸਰ ਜਾਏ। ਉਸ ਦਿਨ ਇਨਸਾਨੀਅਤ ਮਰ ਜਾਂਦੀ ਹੈ, ਮਨੁੱਖਤਾ ਮਰ ਜਾਂਦੀ ਹੈ, ਜਿੱਦਣ ਅਸੀਂ ਤੁਹਾਨੂੰ ਧਿਆਉਣਾ ਛੱਡ ਦਿੱਤਾ। ਇਸ ਲਈ ਜਿਹੜੇ ਜਨ ਨੇ ਵਾਹਿਗੁਰੂ ਜੀ ਦੇ, ਧਿਆਏ ਧਿਆਏ ਜੀਵੈ ਜਨ ਤੇਰੇ। हे ਵਾਹਿਗੁਰੂ ਜੀ, ਤੁਹਾਡੇ ਜਿਹੜੇ ਜਨ ਨੇ ਉਹ ਤੁਹਾਨੂੰ ਧਿਆ ਕੇ ਹੀ ਜਿਉਂਦੇ ਨੇ। ਸੱਚ ਸ਼ਬਦ ਮਨ ਮਾਣੋ ਜੀਓ। ਮਨ ਦੇ ਨੰਨੇ ਨੂੰ ਸਿਹਾਰੀ, ਮਨ ਵਿੱਚ ਉਹ ਜਿਹੜਾ ਸੱਚਾ ਸ਼ਬਦ ਹੈ ਉਹਨੂੰ ਮਨ ਦੇ ਵਿੱਚ ਉਹ ਮਾਣਦੇ ਨੇ। ਆਪਾਂ ਤੇ ਕੇਵਲ ਪੜ੍ਹਦੇ ਹਾਂ, ਕੇਵਲ ਸ਼ਬਦ ਸੁਣਦੇ ਹਾਂ, ਪਰ ਕਬੀਰ ਸਾਹਿਬ ਜੀ ਕਹਿੰਦੇ ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿਣ ਲੱਗੇ ਨੇ ਜੇ ਅੰਦਰ ਸਹਿਜ ਹੀ ਨਾ ਆਇਆ ਤੇ ਤੇਰੇ ਪੜ੍ਹਨ ਸੁਣਨ ਦਾ ਕੀ ਲਾਭ ਹੈ। ਤੂੰ ਕੇਵਲ ਬਾਹਰੋਂ ਸੁਣ ਰਿਹਾ, ਪੜ੍ਹ ਰਿਹਾ, ਪਰ ਉਹਨੂੰ ਜਪ ਨਹੀਂ ਰਿਹਾ। ਹਰ ਕਾ ਜਿਹੜਾ ਨਾਮ ਹੈ ਉਹ ਨਹੀਂ ਤੂੰ ਜਪ ਰਿਹਾ, ਤੇ ਫਿਰ ਪੜ੍ਹਨ ਸੁਣਨ ਨਾਲ ਲਾਭ ਨਹੀਂ, ਅੰਦਰ ਸਹਿਜ ਵੀ ਚਾਹੀਦਾ ਹੈ। ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚੈ ਬਾਰੰਬਾਰਾ। ਅੰਧਿਆਰੈ ਦੀਪਕ ਚਾਹੀਐ, ਇੱਕ ਵਸਤ ਅਗੋਚਰ ਲਈਐ। ਅੰਧਿਆਰਾ ਜਿੱਥੇ ਹਨੇਰਾ ਹੈ ਉੱਥੇ ਦੀਵਾ ਬਾਲਣ ਦੀ ਲੋੜ ਹੈ। ਹਨੇਰਾ ਅੰਦਰ ਹੈ, ਦੀਵਾ ਅੰਦਰੋਂ ਗਿਆਨ ਦਾ ਬਾਲਣਾ ਹੈ। ਅਸੀਂ ਗਿਆਨ ਬਾਹਰ ਦਾ ਲੈ ਕੇ ਇੱਕ ਦੂਜੇ ਨਾਲ ਟਕਰਾਈ ਜਾਂਦੇ ਹਾਂ। ਅਧੂਰਾ ਹੈ ਗਿਆਨ, ਇੱਕ ਦੂਜੇ ਨਾਲ ਟਕਰਾ ਰਹੇ ਹਾਂ, ਲੜ ਰਹੇ ਹਾਂ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਦੂਜੇ ਨੂੰ ਮਾਰ ਮਕਾਉਣ ਦੀਆਂ। ਇਹ ਅਧੂਰੇ ਗਿਆਨ ਦੀਆਂ ਗੱਲਾਂ ਨੇ। ਜਿਹਦੇ ਕੋਲ ਪੂਰਾ ਗਿਆਨ ਹੁੰਦਾ ਉਹ ਕਦੇ ਕਿਸੇ ਨਾਲ ਟਕਰਾਉਂਦਾ ਨਹੀਂ, ਉਹਦੇ ਅੰਦਰ ਨਫ਼ਰਤ ਨਹੀਂ ਹੁੰਦੀ, ਕਿਉਂਕਿ ਪੂਰਾ ਗਿਆਨ ਵਾਲਾ ਸਮਝਦਾ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਜਿਹਨੂੰ ਪੂਰਾ ਗਿਆਨ ਹੈ, ਇਹਦਾ ਮਤਲਬ ਅਸੀਂ ਆਪਸ ਵਿੱਚ ਉਲਝ ਰਹੇ ਹਾਂ, ਲੜ ਰਹੇ ਹਾਂ, ਟਕਰਾ ਰਹੇ ਹਾਂ, ਇਹ ਅਧੂਰੇ ਗਿਆਨ ਦੀ ਨਿਸ਼ਾਨੀ ਹੈ। ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਨੇ ਵਾਹਿਗੁਰੂ ਜੀ ਤੁਹਾਨੂੰ ਧਿਆਇਆ ਨਾ, ਉਹ ਸੱਚ ਸ਼ਬਦ, ਜਿਹੜਾ ਸੱਚਾ ਸ਼ਬਦ ਹੈ, ਮਨ ਮਾਣੋ ਜੀਓ। ਉਹ ਮਨ ਵਿੱਚ ਉਹਦਾ ਰਸ ਮਾਣਦੇ ਨੇ। ਸੱਚੇ ਸ਼ਬਦ ਦਾ ਆਸਰਾ ਲੈ ਕੇ ਉਹਨੂੰ ਅੰਦਰੋਂ ਮਾਣਦੇ ਨੇ ਉਹ, ਜਿਹੜੇ ਤੈਨੂੰ ਹਰ ਵੇਲੇ ਵਾਹਿਗੁਰੂ ਜੀ ਤੁਹਾਨੂੰ ਧਿਆਉਂਦੇ ਹਨ। ਸੱਚ ਸਲਾਹਣ ਵਡ ਭਾਗੀ ਪਾਈਐ, ਗੁਰ ਪ੍ਰਸਾਦੀ ਹਰ ਗੁਣ ਗਾਈਐ। ਰੰਗ ਰਤੇ ਤੇਰੇ ਤੁਧ ਭਾਵੈ, ਸਚ ਨਾਮ ਨਿਸਾਣੋ ਜਿਉ। ਗੁਰੂ ਅਰਜਨ ਦੇਵ ਮਹਾਰਾਜ ਜੀ ਫਿਰ ਤੀਸਰੇ ਪਦੇ ਵਿੱਚ ਕਿਰਪਾ ਕਰਦੇ ਆ। ਸੱਚ ਸਾਹ ਲਾਹਣ, ਸੱਸੇ ਨੂੰ ਕੰਨੇ ਦੀ ਆਵਾਜ਼ ਦੇ ਕੇ ਸਾਹ ਲਾਹਣ, ਵੱਡ ਭਾਗੀ ਪਾਈ ਹੈ। ਸੱਚ ਨੂੰ ਸਹਲਾਉਣਾ, ਸੱਚ ਦੀ ਵਡਿਆਈ, ਸੱਚ ਦੀ ਉਸਤਤ ਕਰਨੀ, ਇਹ ਵੱਡੇ ਭਾਗਾਂ ਨਾਲ ਹੀ ਹੁੰਦੀ ਹੈ, ਮੰਦੇ ਭਾਗਾਂ ਨਾਲ ਨਹੀਂ ਹੁੰਦੀ। ਜਿਹਦੇ ਭਾਗ ਚੰਗੇ ਹੋਣ, ਚੰਗੇ ਭਾਗ ਕਿਹਦੇ ਹੋਣਗੇ? ਜਿਹਦੀ ਸੋਚ ਚੰਗੀ ਹੈ। ਜੇ ਅਸੀਂ ਭਾਗਾਂ ਵਾਲੇ ਬਣਨਾ ਚਾਹੁੰਦੇ ਹਾਂ, ਸਾਨੂੰ ਸੋਚ ਚੰਗੀ ਰੱਖਣੀ ਪੈਣੀ ਹੈ। ਮਾੜੀ ਸੋਚ ਰੱਖਣ ਵਾਲਾ ਕਦੇ ਵਡਭਾਗੀ ਨਹੀਂ ਬਣ ਸਕਦਾ। ਤੇ ਗੁਰਮੁਖਾਂ ਦੀ ਸੰਗਤ ਵਿੱਚ ਵਡਭਾਗੀ ਲਾਹਾ ਲੈ ਸਕਦਾ, ਮੰਦ ਭਾਗਾ ਨਹੀਂ ਲਾਹਾ ਲੈ ਸਕਦਾ। ਜਿਹਦੀ ਅੰਦਰ ਸੋਚ ਹੀ ਮਾੜੀ ਹੈ, ਉਹ ਲਾਹਾ ਕਿੱਥੋਂ ਲੈ ਲੇਗਾ? ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਣ ਭਰਮ ਚੋਟਾਂ ਖਾਵੈ। ਉਤੇ ਭਾਗਹੀਣੇ ਭਰਮ ਭਟਕਣਾ ਚ ਚੋਟਾਂ ਹੀ ਖਾਂਦੇ ਆ, ਕਿਉਂਕਿ ਉਹਨਾਂ ਦੀ ਸੋਚ ਅੰਦਰ ਚੰਗੀ ਨਹੀਂ।
ਜਿੰਨੀ ਆਪਣੀ ਸੋਚ ਚੰਗੀ ਰੱਖਾਂਗੇ ਉਨੇ ਹੀ ਭਾਗਾਂ ਵਾਲੇ ਹੋਵਾਂਗੇ, ਵਡਭਾਗੀ ਬਣਾਂਗੇ। ਸੱਚ ਸਲਾਹਣ ਵਡਭਾਗੀ ਪਾਈਐ। ਜਿਹੜੀ ਸੱਚੇ ਦੀ ਸਿਫਤ ਸਲਾਹ ਵਾਲਾ ਖਜ਼ਾਨਾ ਹੈ ਉਹ ਵੱਡੇ ਭਾਗਾਂ ਵਾਲਿਆਂ ਨੇ ਪਾਇਆ ਹੈ। ਪਰ ਵੱਡੇ ਭਾਗ ਕਿਹਦੇ ਨੇ? ਗੁਰ ਪ੍ਰਸਾਦੀ ਹਰ ਗੁਣ ਗਾਈਐ। ਜਿਹਨੇ ਗੁਰੂ ਦੀ ਕਿਰਪਾ ਲੈ ਲਈ। ਆਪਾਂ ਗੁਰਦੁਆਰੇ ਕਾਹਦੇ ਲਈ ਆਏ ਆ? ਵਡਭਾਗੀ ਬਣਨ ਵਾਸਤੇ ਆਏ ਆ। ਸੰਗਤ ਕਿਉਂ ਕਰ ਰਹੇ ਆ? ਤਾਂ ਕਿ ਅਸੀਂ ਵਡਭਾਗੀ ਹੋ ਸਕੀਏ। ਸੇਵਾ ਕਿਉਂ ਕਰ ਰਹੇ ਆ ਅਸੀਂ? ਤਾਂ ਕਿ ਵਡਭਾਗੀ ਹੋ ਸਕੀਏ। ਨਿਤਨੇਮ ਕਿਉਂ ਕਰ ਰਹੇ ਆ? ਤਾਂ ਕਿ ਵਡਭਾਗੀ ਹੋ ਸਕੀਏ। ਮਹਾਰਾਜ ਕਹਿੰਦੇ ਗੁਰ ਪ੍ਰਸਾਦੀ, ਜਿਨ੍ਹਾਂ ਉੱਤੇ ਗੁਰੂ ਦੀ ਕਿਰਪਾ ਵਰਤ ਗਈ। ਆਪਾਂ ਇੱਥੇ ਕਿਸੇ ਬੰਦੇ ਦੀ ਵਡਿਆਈ ਲੈਣ ਨਹੀਂ ਆਏ ਆ। ਅਸੀਂ ਇੱਥੇ ਕਿਸੇ ਬੰਦੇ ਦੀ ਕਿਰਪਾ ਦਾ ਪਾਤਰ ਬਣਨ ਨਹੀਂ ਆਏ ਆ। ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਵਡਿਆਈ ਲੈਣ ਆਏ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਪਾਤਰ ਬਣਨ ਆਏ ਆ। ਤੇ ਜਦੋਂ ਗੁਰ ਪ੍ਰਸਾਦੀ, ਜਦੋਂ ਗੁਰੂ ਦੀ ਕਿਰਪਾ ਹੋਏਗੀ, ਹਰ ਗੁਣ ਗਾਈਐ, ਤਾਂ ਉਸ ਮਾਲਕ ਦੇ ਗੁਣ ਗਾਏ ਜਾਣੇ ਆ। ਤੇ ਜਦੋਂ ਉਹਦੇ ਗੁਣ ਗਾਵਾਂਗੇ ਫਿਰ ਸੱਚ ਸਲਾਹਣ ਵਡਭਾਗੀ ਪਾਈਐ, ਫਿਰ ਅਸੀਂ ਭਾਗਾਂ ਵਾਲੇ ਹੋ ਜਾਾਂਗੇ। ਜਦੋਂ ਇੱਥੇ ਆ ਕੇ ਅਸੀਂ ਬੰਦਿਆਂ ਦੇ ਹੱਥਾਂ 'ਚ ਵਿਕ ਰਹੇ ਹਾਂ, ਅਸੀਂ ਦੁਨੀਆ ਦੇ ਹੱਥਾਂ ਤੋਂ ਵਿਕ ਰਹੇ ਹਾਂ। ਦੁਨੀਆ ਦੇ ਸਮਾਜ ਦੇ ਹੱਥਾਂ ਦੇ ਵਿੱਚ ਵਿਕਣ ਦੀ ਬਜਾਏ ਗੁਰੂ ਦੇ ਘਰ ਆ ਕੇ ਵਿਕ ਜਾਓ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਇੱਥੇ ਆ ਕੇ ਵਿਕ ਜਾਓ। ਇੱਥੇ ਇਹ ਜਿਹੜਾ ਮਨ ਸਮਰਪਣ ਕਰਕੇ ਫਿਰ ਇਹ ਬਖਸ਼ਿਸ਼ ਦਾ ਖਜ਼ਾਨਾ ਮਿਲਣਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਤੂੰ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਲੈ, ਫਿਰ ਹਰ ਗੁਣ ਗਾਈਏ। ਹਰੀ ਦੇ ਗੁਣ ਗਾਉਣ ਨੂੰ ਮਿਲਣਗੇ। ਉਸ ਗੁਣਾਂ ਦੇ ਵਿੱਚ ਸੱਚੇ ਦੀ ਸਿਫਤ ਹੋਏਗੀ। ਜਦੋਂ ਸਿਫਤ ਹੋਏਗੀ ਫਿਰ ਤੂੰ ਭਾਗਾਂ ਵਾਲਾ ਬਣ ਕੇ ਉਸ ਮਾਲਕ ਦੀ ਬਖਸ਼ਿਸ਼ ਨੂੰ ਪਾ ਲਏਗਾ। ਰੰਗ ਰਤੇ ਤੇਰੇ ਤੁਧ ਭਾਵੈ, ਸਚ ਨਾਮ ਨਿਸ਼ਾਨੋ ਜੀਓ। ਰੰਗ ਦੇ ਗੱਗੇ ਨੂੰ ਸਿਹਾਰੀ ਹੈ ਜਿਹੜੇ ਪ੍ਰੇਮ ਵਿੱਚ। ਹੁਣ ਇਹ ਰੰਗ ਦਾ ਜਿਹੜਾ ਸਿਹਾਰੀ ਨੇ ਅਰਥ ਕਰ ਦਿੱਤਾ ਵਿੱਚ, ਪ੍ਰੇਮ ਵਿੱਚ ਜਿਹੜੇ ਰੱਤੇ ਹੋਏ ਨੇ, ਜਿਹੜੇ ਪ੍ਰੇਮ ਵਿੱਚ ਤੇਰੇ ਨਾਮ ਰੰਗ ਵਿੱਚ ਰੱਤੇ ਨੇ। ਤੁਧ ਭਾਵੈ, ਤੈਨੂੰ ਉਹੀ ਭਾ ਰਹੇ ਨੇ ਮਾਲਕ ਜੀ। ਤੁਹਾਨੂੰ ਉਹੀ ਸੋਹਣੇ ਲੱਗਦੇ ਨੇ, ਉਹੀ ਤੁਹਾਨੂੰ ਚੰਗੇ ਲੱਗਦੇ ਨੇ। ਇਹ ਬਾਹਰ ਦੇ ਹੱਥਾਂ 'ਚ ਵੱਡੀਆਂ ਵੱਡੀਆਂ ਪਟਾਵਾਂ ਵਾਲੇ ਨਹੀਂ ਸੋਹਣੇ ਲੱਗਦੇ। ਜਿਨ੍ਹਾਂ ਅੰਦਰ ਨਿਤਨੇਮ ਹੈ, ਜਿਨ੍ਹਾਂ ਅੰਦਰ ਭਾਵਨਾ ਹੈ, ਜਿਨ੍ਹਾਂ ਅੰਦਰ ਸੇਵਾ ਸਿਮਰਨ ਦੀ ਬਖਸ਼ਿਸ਼ ਹੈ, ਉਹ ਮੇਰੇ ਮਾਲਕ ਨੂੰ ਭਾਉਂਦੇ ਆ। ਰੰਗ ਰਤੇ ਤੇਰੇ ਤੁਧ ਭਾਵੈ, ਕਿਉਂ ਪਾਉਂਦੇ ਆ? ਸੱਚ ਨਾਮ ਨਿਸ਼ਾਨੋ ਜੀਓ। ਕਿਉਂਕਿ ਉਹਨਾਂ ਦੇ ਮਸਤਕ ਤੇ ਸੱਚੇ ਨਾਮ ਦਾ ਨਿਸ਼ਾਨ ਹੁੰਦਾ ਹੈ। ਉਹਨਾਂ ਦਾ ਚਿਹਰਾ ਦੱਸਦਾ ਹੈ, ਉਹਨਾਂ ਦੀ ਮੱਥੇ ਦੀ ਚਮਕ ਦੱਸਦੀ ਹੈ ਕਿ ਇਹ ਅੰਦਰੋਂ ਪ੍ਰੇਮ ਰੰਗ ਵਿੱਚ ਰੰਗੇ ਹੋਏ ਆ, ਪਰਮੇਸ਼ਵਰ ਦੇ ਨਾਮ ਰੰਗ ਵਿੱਚ। ਉਹਨਾਂ ਦੇ ਮਸਤਕ ਤੇ ਫਿਰ ਨਾਮ ਦਾ ਨਿਸ਼ਾਨ ਚਮਕਦਾ ਹੈ। ਇਸ ਲਈ ਸਾਹਿਬ ਜੀ ਕਹਿੰਦੇ ਆ ਕਿ ਉਹ ਭਾਗਾਂ ਵਾਲੇ ਹੀ ਜਿਹੜੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਨੇ, ਜਿਹੜੇ ਗੁਰੂ ਦੀ ਕਿਰਪਾ ਦੇ ਪਾਤਰ ਨੇ। ਉਹਨਾਂ ਨੂੰ ਵਾਹਿਗੁਰੂ ਜੀ ਦੇ ਗੁਣ ਗਾਉਣ ਵਾਸਤੇ ਮਿਲਦੇ ਆ। ਉਹ ਸੱਚੇ ਦੀ ਸਿਫਤ ਸਲਾਹ ਕਰਕੇ ਭਾਗਾਂ ਵਾਲੇ ਹੋ ਜਾਂਦੇ ਹਨ। ਸੱਚੇ ਅੰਤ ਨਾ ਜਾਣੈ ਕੋਈ, ਥਾਨ ਥਨੰਤਰ ਸੱਚਾ ਸੋਈ। ਨਾਨਕ ਸੱਚ ਧਿਆਈਐ ਸਦ ਹੀ, ਅੰਤਰ ਜਾਮੀ ਜਾਣੋ ਜਿਉ। ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ। ਸੱਚੇ ਅੰਤ ਨਾ ਜਾਣੈ ਕੋਈ। ਸੱਚੇ ਦਾ ਇੱਕੋ ਹੀ ਹੈ ਸੱਚਾ। ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਵੀ ਸੱਚ। ਇੱਕੋ ਹੀ ਹੈ ਸੱਚਾ ਪਰਮੇਸ਼ਵਰ, ਜਿਹਦੀ ਆ ਸੱਚੀ ਬਾਣੀ ਸਾਨੂੰ ਦਿੱਤੀ ਹੈ। ਸੱਚ ਦੀ ਬਾਣੀ, ਸੱਚ ਦਾ ਨਾਮ ਜਿਹੜਾ ਪਰਮੇਸ਼ਵਰ ਦਾ ਹੈ। ਸਾਹਿਬ ਕਹਿੰਦੇ ਉਹ ਸੱਚੇ ਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾ ਕੋਈ ਜਾਣਦਾ ਤੇ ਨਾ ਕੋਈ ਪਾ ਸਕਦਾ। ਜਦ ਉਹਦਾ ਅੰਤ ਜਾਣਿਆ ਹੀ ਨਹੀਂ ਤੇ ਪਾਉਣਾ ਕਿੱਥੋਂ ਹੈ?
ਪਹਿਲੇ ਤੇ ਗੱਲ ਜਾਣਨਾ ਹੈ ਨਾ ਵੀ ਉਹਦਾ ਅੰਤ ਕਿੱਥੇ ਹੈ। ਅਜੇ ਤੱਕ ਤੇ ਉਹਦਾ ਅੰਤ ਨਹੀਂ ਜਾਣ ਸਕੇ ਆਪਾਂ, ਤੇ ਨਾ ਹੀ ਜਾਣਿਆ ਜਾ ਸਕਦਾ ਹੈ। ਦੁਨੀਆ ਬਦਲ ਜਾਏ, ਸਮਾਂ ਬਦਲ ਜਾਏ, ਸਾਡੇ ਰਹਿਣ ਸਹਿਣ ਦਾ ਢੰਗ ਤੌਰ ਤਰੀਕਾ ਬਦਲ ਜਾਏ, ਅਸੀਂ ਭਾਵੇਂ ਆਸਮਾਨ ਤੇ ਵੀ ਘਰ ਪਾ ਲਈਏ, ਪੈ ਵੀ ਜਾਣੇ ਆ। ਜੋ ਵਿਗਿਆਨ ਖੋਜ ਵਿੱਚ ਆਪਣੇ ਅੱਗੇ ਵਾਧਾ ਕਰ ਰਹੇ ਆ, ਉਹ ਇੱਕ ਦਿਨ ਚੰਦਰਮਾ ਤੇ ਵੀ ਘਰ ਬਣਾ ਲੈਣਗੇ। ਉਹ ਇੱਕ ਦਿਨ ਜਿਹੜੇ ਗ੍ਰਹਿ ਨੇ, ਉਹਨਾਂ ਗ੍ਰਹਿ ਤੇ ਵੀ ਆਪਣਾ ਘਰ ਬਣਾਉਣ 'ਚ ਕਾਮਯਾਬ ਹੋ ਜਾਣਗੇ। ਪਰ ਸੱਚੇ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂਕਿ ਨਾ ਕਿਸੇ ਨੇ ਪਾਇਆ ਤੇ ਨਾ ਕੋਈ ਪਾ ਸਕਦਾ। ਹਾਂ, ਕੋਈ ਬੰਦਾ ਕਵੇ ਤੇ ਅਸੀਂ ਕਹਿੰਦੇ ਆ ਵੀ ਗਲਤ ਹੈ, ਪਰ ਇਹ ਤੇ ਆਪ ਪ੍ਰਤੱਖ ਸਤਿਗੁਰੂ ਜੀ, ਆਪ ਨਿਰੰਕਾਰ ਸਤਿਗੁਰੂ ਦੇ ਰੂਪ ਵਿੱਚ ਕਹਿ ਰਹੇ ਆ, ਇਹ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ। ਇਹ ਅੰਤ ਜਾਣਿਆ ਹੀ ਨਹੀਂ ਜਾ ਸਕਦਾ, ਅੰਤ ਪਾਇਆ ਹੀ ਨਹੀਂ ਜਾ ਸਕਦਾ। ਸੱਚੇ ਅੰਤ ਨ ਜਾਣੈ ਕੋਈ, ਜਿਹਦਾ ਅੰਤ ਨਹੀਂ ਹੈ। ਥਾਨ ਥਨੰਤਰ ਸੱਚਾ ਸੋਈ, ਉਹ ਹਰ ਥਾਂ ਦੇ ਵਿੱਚ, ਹਰ ਇੱਕ ਕਣ ਕਣ ਦੇ ਵਿੱਚ ਵਸਿਆ ਹੋਇਆ ਹੈ, ਸਮਾਇਆ ਹੋਇਆ ਹੈ। ਨਾਨਕ ਗੁਰੂ ਅਰਜਨ ਦੇਵ ਜੀ ਕਹਿ ਰਹੇ ਨੇ, ਸੱਚ ਧਿਆਈਐ ਸਦ ਹੀ। ਗੁਰਮੁਖੋ, ਗੁਰੂ ਕੇ ਪਿਆਰਿਓ, ਜਾਂ ਹਰ ਇੱਕ ਇਨਸਾਨ ਨੂੰ ਕਹਿ ਰਿਹਾ, ਕਦੋਂ ਆਪਾਂ ਇਹ ਧਰਮ ਵਰਨ ਤੋਂ ਉੱਪਰ ਉੱਠਾਂਗੇ? ਕਦੋਂ ਇਹ ਧਰਮ ਦੇ ਨਾਮ ਤੇ ਕਤਲੇਆਮ ਕਰਨਾ ਛੱਡਾਂਗੇ? ਕਦੋਂ ਅਸੀਂ ਸਾਰੇ ਰਲ ਮਿਲ ਕੇ ਇੱਕ ਹੋ ਕੇ ਬੈਠ ਕੇ ਇੱਕ ਪਰਮੇਸ਼ਵਰ ਨੂੰ ਧਿਆਉਣ ਜੋਗੇ ਹੋ ਜਾਾਂਗੇ ਕਿ ਬਸ ਇਸੇ ਤਰ੍ਹਾਂ ਨਫ਼ਰਤ ਨਾਲ ਭਰੇ ਆਏ ਤੇ ਨਫ਼ਰਤ ਨਾਲ ਭਰੇ ਤੁਰ ਜਾਾਂਗੇ? ਖਟਿਆ ਤੇ ਕੁਝ ਨਹੀਂ। ਗੁਰਬਾਣੀ ਸਾਨੂੰ ਹੋਕਾ ਦੇ ਦੇ ਕੇ ਕਹਿ ਰਹੀ ਹੈ, ਏਕ ਪਿਤਾ ਏਕਸ ਕੇ ਹਮ ਬਾਰਕ। ਕਿਉਂ ਤੁਸੀਂ ਆਪਸ ਵਿੱਚ ਵੰਡ ਕੇ ਤੇ ਪਿਤਾ ਨੂੰ ਵੀ ਅਲੱਗ-ਅਲੱਗ ਸਮਝ ਰਹੇ ਹੋ ਵੀ ਮੇਰਾ ਪਿਤਾ ਹੋਰ ਹੈ ਤੇ ਇਹਦਾ ਹੋਰ ਹੈ ਤੇ ਉਹਦਾ ਹੋਰ ਹੈ, ਜਦ ਕਿ ਪਿਤਾ ਸਾਰਿਆਂ ਦਾ ਇੱਕੋ ਹੀ ਹੈ। ਇੱਕੋ ਹੀ ਸਾਰਿਆਂ ਦੀ ਪਾਲਣਾ ਕਰਨ ਵਾਲਾ, ਸੰਭਾਲ ਕਰਨ ਵਾਲਾ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਉਹ ਸਾਰਿਆਂ ਦਾ ਪ੍ਰਤਪਾਲਕ ਹੈ। ਪਰ ਸਾਨੂੰ ਕਿਉਂ ਭੁਲੇਖਾ ਲੱਗ ਰਿਹਾ ਹੈ? ਅਸੀਂ ਉਹਦੇ ਨਾਮ ਤੇ ਆਪਸ ਵਿੱਚ ਵੰਡ ਕੇ ਲੜੀ ਜਾ ਰਹੇ ਹਾਂ। ਕਦੋਂ ਤੱਕ ਇਸ ਤਰ੍ਹਾਂ ਲੜਦੇ ਰਵਾਂਗੇ? ਕਦੋਂ ਤੱਕ ਇਨਸਾਨੀਅਤ ਦਾ ਘਾਣ ਹੁੰਦਾ ਰਹੇਗਾ? ਕਦੋਂ ਤੱਕ ਅਸੀਂ ਭਟਕਦੇ ਰਵਾਂਗੇ? ਇਹ ਜਨਮ ਮਿਲਿਆ ਹੈ, ਰਲ ਕੇ ਬੇਨਤੀਆਂ ਕਰ ਲੋ, ਬਹੁਤ ਜਨਮ ਵਿਛਰੇ ਥੇ ਮਾਦੋ, ਇਹ ਜਨਮ ਤੁਮਾਰੇ ਲੇਖੈ। ਪਰ ਜਿੱਦਾਂ ਅਸੀਂ ਨਫ਼ਰਤ ਨਾਲ ਭਰਿਆ, ਇਦਾਂ ਨਹੀਂ ਲੇਖੇ ਲੱਗਿਆ ਜਾਣਾ। ਜਿਹਨੂੰ ਵੀ ਕੋਈ ਥੋੜੀ ਬਹੁਤ ਪਾਵਰ ਮਿਲਦੀ ਹੈ, ਉਹ ਰੱਬ ਬਣ ਕੇ ਬਹਿ ਜਾਂਦਾ ਹੈ। ਉਹ ਬੰਦੇ ਨੂੰ ਸਮਝਦਾ ਹੀ ਕੁਛ ਨਹੀਂ। ਸਾਹਮਣੇ ਵਾਲੇ ਨੂੰ ਵੀ ਥੋੜੀ ਜਿਹੀ ਪਾਵਰ ਮਿਲੀ ਤੇ ਉਹ ਕਹਿੰਦਾ ਮੈਂ ਰੱਬ ਹਾਂ, ਮੈਂ ਜੋ ਕਵਾਂਗਾ ਉਹੀ ਕੁਝ ਹੋਣਾ, ਜੋ ਚਾਹਾਂਗਾ ਉਹੀ ਕੁਝ ਹੋਣਾ। ਉਹ ਕੁਛ ਸਮਝਦਾ ਹੀ ਨਹੀਂ ਇਨਸਾਨ ਨੂੰ। ਪਰ ਜਿਹਨੇ ਪਾਵਰ ਦਿੱਤੀ ਹੈ ਨਾ, ਉਹ ਪਾਵਰ ਵਾਪਸ ਲੈਣਾ ਵੀ ਜਾਣਦਾ ਹੈ। ਜੇ ਉਹ ਨਜ਼ਰ ਸਿੱਧੀ ਕਰਨਾ ਜਾਣਦਾ ਨਾ, ਤੇ ਨਜ਼ਰ ਉਪੱਠੀ ਕਰਨਾ ਵੀ ਜਾਣਦਾ ਹੈ। ਤੇ ਉਹਦੀ ਸਿੱਧੀ ਨਜ਼ਰ ਹੋਵੇ, ਅਸੀਂ ਇਹ ਚਾਹੁੰਦੇ ਹਾਂ, ਪਰ ਉਹਦੀ ਕਿਤੇ ਨਜ਼ਰ ਪੁੱਠੀ ਨਾ ਸਾਡੇ ਤੇ ਪੈ ਜਾਏ, ਇਹਦੇ ਤੋਂ ਘਬਰਾਇਆ ਕਰੋ। ਡਰ ਰੱਖੋ ਮਨ ਵਿੱਚ। ਨਜ਼ਰ ਉਪੱਠੀ ਜੇ ਕਰੈ ਸੁਲਤਾਨਾ ਘਾਓ, ਕਰਾਏਂਦਾ ਦਰ ਮੰਗਣ ਭਿੱਖ ਨਾ ਪਾਏਂਦਾ। ਜਿਹੜਾ ਪੈਰ ਨਹੀਂ ਸੀ ਜ਼ਮੀਨ ਤੇ ਲੱਗਣ ਦਿੰਦਾ ਨਾ, ਮਹਾਰਾਜ ਕਹਿੰਦੇ ਜਾ ਹੁਣ ਮੰਗਣ ਵਾਸਤੇ ਤੁਰ। ਤੇ ਜਦੋਂ ਮੰਗਣ ਗਿਆ ਤੇ ਕਿਸੇ ਨੇ ਖੈਰ ਵੀ ਝੋਲੀ 'ਚ ਨਹੀਂ ਪਾਈ, ਹੁਣ ਰੋਂਦਾ। ਇਸ ਲਈ ਜੋ ਵਾਹਿਗੁਰੂ ਨੇ ਵਡਿਆਈਆਂ ਦਿੱਤੀਆਂ ਨੇ, ਅਸੀਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਇਸ ਬਜਾਏ ਕਿ ਉਹਦੇ ਤੇ ਹੰਕਾਰ ਕਰਕੇ ਆਪ ਹੀ ਰੱਬ ਬਣ ਕੇ ਬਹਿ ਜਾਈਏ। ਗੁਰੂ ਸਾਹਿਬ ਕਿਰਪਾ ਕਰਨ। ਮਹਾਰਾਜ ਜੀ ਨੇ ਆਖਿਆ, ਸਾਹਿਬ ਕਹਿੰਦੇ ਨਾਨਕ ਸੱਚ ਧਿਆਈਐ ਸਦ ਹੀ, ਸਦਾ ਸੱਚੇ ਨੂੰ ਧਿਆਉਂਦੇ ਰਹੋ। ਅੰਤਰਜਾਮੀ ਜਾਣੋ ਜੀਓ, ਉਹ ਸਾਰਿਆਂ ਦੇ ਅੰਦਰ ਦੀ ਜਾਣਦਾ ਹੈ, ਭਲਿਆਂ ਦੀ ਵੀ ਜਾਣਦਾ ਹੈ, ਬੁਰਿਆਂ ਦੀ ਵੀ ਜਾਣਦਾ ਹੈ। ਅਸੀਂ ਆਪਣੇ ਵੱਲੋਂ ਸਦਾ ਉਹਨੂੰ ਧਿਆਉਂਦੇ ਰਹੀਏ, ਉਹਦੇ ਤੇ ਭਰੋਸਾ ਰੱਖੀਏ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਧਿਆਇਆ ਹੈ, ਸੋ ਸੱਚ ਮੰਦਰ ਜਿਤ ਸੱਚ ਧਿਆਈਐ, ਉਹਨਾਂ ਦਾ ਫਿਰ ਘਰ ਮੰਦਰ ਬਣ ਜਾਂਦਾ ਹੈ। ਤੇ ਜਿਨ੍ਹਾਂ ਦਾ ਘਰ ਮੰਦਰ ਬਣ ਗਿਆ, ਉੱਥੇ ਫਿਰ ਆਪ ਪਰਮੇਸ਼ਵਰ ਵਰਤਦਾ ਹੈ। ਇਸ ਲਈ ਅਸੀਂ ਮਨਮੁਖਾਂ ਦਾ ਸੰਗ ਛੱਡ ਕੇ
ਵਿਕਾਰੀਆਂ ਦਾ, ਦੁਸ਼ਟਾਂ ਦਾ ਸੰਗ ਛੱਡ ਕੇ ਗੁਰਮੁਖਾਂ ਦੀ ਸੰਗਤ ਕਰੋ ਤੇ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਵਾਹਿਗੁਰੂ ਜੀ ਅੱਗੇ ਬੇਨਤੀਆਂ ਕਰੋ ਕਿ ਮਹਾਰਾਜ ਜੀ ਅਸੀਂ ਸਾਰੇ ਹੀ ਤੁਹਾਡੇ ਪੈਦਾ ਕੀਤੇ ਹੋਏ ਜੀਵ ਹਾਂ, ਵਿਛੜੇ ਹੋਏ ਹਾਂ, ਸਾਡੇ ਤੇ ਆਪਣੀ ਇੱਕ ਕਿਰਪਾ ਕਰ ਦਿਓ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ ਜਨਮ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ। ਬਹੁਤ ਜਨਮ ਵਿਛਰੇ ਥੇ ਮਾਧੋ, ਬਹੁਤ ਜਨਮ ਵਿਛਰੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਾ, ਕਹਿ ਰਵਿਦਾਸ ਆਸ ਲਗ ਜੀਵਾ। ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ ਜਨਮ। ਇਹ ਸਰਬ ਸਾਂਝਾ ਅਸਥਾਨ ਹੈ। ਆਪਾਂ ਸਾਰੇ ਰਲ ਮਿਲ ਕੇ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਨਾਮ ਬਾਣੀ ਦਾ ਲਾਹਾ ਪ੍ਰਾਪਤ ਕਰੀਏ, ਬਾਣੇ ਬਾਣੀ ਦੇ ਰੰਗ ਵਿੱਚ ਰੰਗੇ ਜਾਈਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। 84 ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ, ਅਸੀਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ। ਗੁਰੂ ਸਾਹਿਬ ਜੀ ਸਾਨੂੰ ਵੀ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ, ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ 'ਚ ਵਸਾ ਲਈਏ ਜੀ। ਸੱਚੇ ਅੰਤ ਨਾ ਜਾਣੈ ਕੋਈ, ਤਾਨ ਤਨੰਤਰ ਸੱਚਾ ਸੋਈ। ਨਾਨਕ ਸੱਚ ਧਿਆਈਐ ਸਦ ਹੀ, ਅੰਤਰ ਜਾਮੀ ਜਾਣੋ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।